ਸੰਧੂ ਸਾਹਿਬ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਸੀ। ਹੁਣ ਉਸ ਦੀ ਜ਼ਮਾਨਤ ਦੇ ਖਿਲਾਫ ਪੀੜਤ ਪਰਿਵਾਰ ਵੱਲੋਂ ਅੰਦੋਲਨ ਕਰਨ ਦੀ ਗੱਲ ਕੀਤੀ ਗਈ ਹੈ ਤੇ ਰਕੇਸ਼ ਟਕੈਤ ਨੇ ਕਿਹਾ ਵੀ ਉਹ ਧਰਨਾ ਦੇਣਗੇ। ਬਿਲਕੁਲ ਠੀਕ ਹੈ ਗੱਲ ਵਾਸੂ ਜੀ ਕਿ ਆਸ਼ੀਸ਼ ਮਿਸ਼ਰ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਸੀ, ਜਿਹੜਾ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਵਿੱਚ ਕਾਂਡ ਹੋਇਆ ਸੀ, ਜਿੱਥੇ ਉਹਨਾਂ ਦੀ ਗੱਡੀ ਥੱਲੇ ਆ ਕੇ 4 ਕਿਸਾਨ ਤੇ 1 ਪੱਤਰਕਾਰ ਕੁਚਲਿਆ ਗਿਆ ਸੀ। ਇਹ ਸਾਰੀਆਂ ਖਬਰਾਂ ਲੋਕ ਜਾਣਦੇ ਨੇ। ਉਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਔਰ ਉਹਦੇ ਨਾਲ 14-15 ਲੋਕ ਹੋਰ ਵੀ ਸ਼ਾਮਲ ਸੀ, ਜਿਨ੍ਹਾਂ ਦੇ ਖਿਲਾਫ ਚਾਰਜਸ਼ੀਟ ਜਿਹੜੀ ਹੈ ਉਹ ਪੁਲਿਸ ਨੇ ਦਾਖਲ ਕੀਤੀ। ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਜਿਸ ਨੇ ਇਹ ਸਾਰੀ ਜਾਂਚ ਕੀਤੀ ਅਤੇ ਆਪਣੀ ਰਿਪੋਰਟ ਜਿਹੜੀ ਹੈ ਉਹ ਅਦਾਲਤ ਦੇ ਸਾਹਮਣੇ ਪੇਸ਼ ਕੀਤੀ। ਅਦਾਲਤ ਨੇ ਇਸ ਸਬੰਧ ਦੇ ਵਿੱਚ ਕੁਝ ਟਿੱਪਣੀਆਂ ਕੀਤੀਆਂ ਸੀ ਜਿਹੜੀਆਂ ਆਪਾਂ ਪਹਿਲਾਂ ਵੀ ਸਾਂਝੀਆਂ ਕਰ ਚੁੱਕੇ ਹਾਂ, ਉਹਨਾਂ ਨੂੰ ਫੇਰ ਵੀ ਦੁਹਰਾਉਣਾ ਮੇਰਾ ਖਿਆਲ ਵਾਜਬ ਹੋਵੇਗਾ। ਅਦਾਲਤ ਨੇ 2-3 ਚੀਜ਼ਾਂ ਦੱਸੀਆਂ ਸੀ ਕਿ ਜਿਸ ਗੱਡੀ ਦੇ ਥੱਲੇ ਆ ਕੇ ਬੰਦੇ ਕੁਚਲੇ ਗਏ ਨੇ, ਲੋਕ ਕੁਚਲੇ ਗਏ ਨੇ, ਕਿ ਉਸ ਨੂੰ ਗੱਡੀ ਚੜਾਉਣ ਵਾਸਤੇ ਜਿਹੜਾ ਆਸ਼ੀਸ਼ ਮਿਸ਼ਰ ਹੈ ਕੋਈ ਉਸਨੇ ਕਿਸੇ ਨੂੰ ਕੁਝ ਕਿਹਾ ਸੀ। ਇਹ ਗੱਲ ਕਿਤੋਂ ਸਾਬਤ ਨਹੀਂ ਹੋਈ। ਦੂਜੀ ਗੱਲ ਇਹ ਕਿ ਉਹਨਾਂ ਦੇ ਨਾਲ ਬੈਠਾ ਸੀ ਜਿਹੜਾ ਆਦਮੀ, ਉਹਦੇ ਜਿਹੜਾ ਹਥਿਆਰ ਸੀ ਉਹਦੇ ਕੋਲ, ਉਹਦੇ ਵਿੱਚੋਂ ਗੋਲੀਆਂ ਚੱਲਣ ਦੀ ਗੱਲ ਕਹੀ ਗਈ ਹੈ, ਪਰ ਉਹ ਗੋਲੀ ਕਿੱਥੇ ਚੱਲੀ ਹੈ, ਕਿਹਨੂੰ ਚੱਲੀ ਹੈ, ਕਿਸੇ ਨੂੰ ਵੱਜੀ ਹੈ ਕਿ ਨਹੀਂ ਵੱਜੀ, ਉਹਦੇ ਬਾਰੇ ਵੀ ਰਿਪੋਰਟ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਕਲੀਅਰ ਤੌਰ ਤੇ। ਤੀਜੀ ਗੱਲ ਜਿਹੜੀ ਸੀ, ਅਦਾਲਤ ਨੇ ਇਸ ਚੀਜ਼ ਦਾ ਬੜਾ ਗੰਭੀਰ ਨੋਟਿਸ ਲਿਆ, ਜਿਹਨੂੰ ਸ਼ਾਇਦ ਰਿਪੋਰਟ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਪੁਲਿਸ ਵਾਲਿਆਂ ਨੇ ਹਾਈਲਾਈਟ ਕੀਤਾ ਸੀ ਕਿ ਜਿਹੜੇ ਹਿੰਸਾ ਦੇ ਵਿੱਚ ਉੱਥੇ 3 ਲੋਕ ਮਾਰੇ ਗਏ, ਉਹਨਾਂ ਨੂੰ ਕਿਸਾਨਾਂ ਨੇ ਉੱਥੇ ਕੁੱਟ-ਕੁੱਟ ਕੇ ਮਾਰ ਦਿੱਤਾ ਬਹੁਤ ਬੁਰੀ ਤਰ੍ਹਾਂ ਨਾਲ, ਔਰ ਉਹ ਕਿਹਾ ਸੀ ਕਿ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਫਿਰ ਪ੍ਰਸ਼ਾਸਨ ਦੇ ਖਿਲਾਫ ਵੀ ਕੁਝ ਟਿੱਪਣੀਆਂ ਅਦਾਲਤ ਨੇ ਕੀਤੀਆਂ ਕਿ ਉੱਥੇ ਇੰਨੇ ਲੋਕ ਤਲਵਾਰਾਂ, ਡਾਂਗਾ, ਅਸਲਾ ਲੈ ਕੇ ਉੱਥੇ ਇਕੱਠੇ ਹੋਏ ਸੀਗੇ ਤੇ ਪ੍ਰਸ਼ਾਸਨ ਨੇ ਇਸ ਚੀਜ਼ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ, ਕਿਉਂਕਿ ਇਹ ਰਿਪੋਰਟ ਵੀ ਜਿਹੜੀ ਹੈ ਪੁਲਿਸ ਨੇ ਜਿਹਨੇ ਇਨਵੈਸਟੀਗੇਸ਼ਨ ਕੀਤੀ ਹੈ, ਇਹ ਸਾਰੀ ਰਿਪੋਰਟ ਉਹਨਾਂ ਵੱਲੋਂ ਪੇਸ਼ ਕੀਤੀ ਗਈ ਹੈ। ਜੋ ਰਿਪੋਰਟ ਅਦਾਲਤ ਦੇ ਸਾਹਮਣੇ ਆਈ ਹੈ, ਅਦਾਲਤ ਵੱਲੋਂ ਸ਼ਾਇਦ ਉਸ ਦੇ ਸੰਬੰਧ ਵਿੱਚ ਹੀ ਟਿੱਪਣੀਆਂ ਕੀਤੀਆਂ ਗਈਆਂ ਸੀ। ਹੁਣ ਜਦੋਂ ਆਸ਼ੀਸ਼ ਮਿਸ਼ਰ ਦਾ ਉੱਥੇ ਦੋਸ਼ ਹੀ ਬਹੁਤ ਘਟਾ ਕੇ ਪੇਸ਼ ਕੀਤਾ ਗਿਆ ਹੈ ਜਾਂ ਉਹਨੂੰ ਕਿਸੇ ਵੀ ਗੱਲ ਲਈ ਜ਼ਿੰਮੇਵਾਰ ਠਹਿਰਾਇਆ ਹੀ ਨਹੀਂ ਗਿਆ, ਤੇ ਫਿਰ ਉਹਦੀ ਜ਼ਮਾਨਤ ਨਾ ਕਰਨ ਦਾ ਤੇ ਅਦਾਲਤ ਦੇ ਕੋਲ ਸ਼ਾਇਦ ਕੋਈ ਹੋਰ ਕਾਰਨ ਨਹੀਂ ਸੀ, ਇਸ ਕਰਕੇ ਉਹਦੀ ਜ਼ਮਾਨਤ ਕਰ ਦਿੱਤੀ ਗਈ ਔਰ ਜੋ ਰਸਮਾਂ ਸੀ, ਫਾਰਮੈਲਿਟੀ ਸੀ, ਉਹ ਪੂਰੀਆਂ ਹੁੰਦੀਆਂ ਨੂੰ 2-3 ਦਿਨ ਲੱਗ ਗਏ ਔਰ ਕੱਲ ਸ਼ਾਮ ਉਹਨਾਂ ਦੀ ਰਿਹਾਈ ਹੋ ਗਈ ਤੇ ਉਹ ਘਰ ਪਹੁੰਚ ਗਏ। ਹੁਣ ਜਦੋਂ ਉਹ ਘਰ ਪਹੁੰਚ ਗਏ ਆ, ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਦੇ ਜਿਹੜੇ ਮੈਂਬਰ ਹੈ ਉਹ ਉਸ ਦੌਰਾਨ ਹਾਦਸੇ ਦੇ ਵਿੱਚ ਮਾਰੇ ਗਏ ਸੀ, ਸ਼ਹੀਦ ਹੋਏ ਸੀ, ਉਹਨਾਂ ਨੂੰ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਸਦਮਾ ਲੱਗਾ, ਠੇਸ ਲੱਗੀ। ਉਹ ਪਹਿਲਾਂ ਵੀ ਪਰਿਵਾਰ ਜਿਹੜੇ ਆ ਸਵਾਲ ਉਠਾਉਂਦੇ ਰਹੇ ਸੀ ਕਿ ਜਿਹੜੀ ਜਾਂਚ ਟੀਮ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਜਾਂਚ ਕਰ ਰਹੀ ਹੈ, ਉਹ ਸਾਰੇ ਅਫਸਰ ਇੱਥੇ ਦੇ ਹੀ ਹੈ, ਸਰਕਾਰ ਦੇ ਅਧੀਨ ਹੀ ਉਹ ਕੰਮ ਕਰ ਰਹੇ ਆ, ਸਾਨੂੰ ਉਹਨਾਂ ਕੋਲੋਂ ਇਨਸਾਫ ਮਿਲਣ ਦੀ ਉਮੀਦ ਨਹੀਂ। ਇਹ ਗੱਲਾਂ ਉਹ ਪਹਿਲਾਂ ਵੀ ਠਾਂਦੇ ਰਹੇ। ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਨਾਲ ਧੱਕਾ ਲੱਗਾ, ਪਰੇਸ਼ਾਨੀ ਹੋਈ, ਮੁਸ਼ਕਲ ਵੀ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਕਿ ਸਾਡੇ ਬੰਦੇ ਵੀ ਚਲੇ ਗਏ ਤੇ ਸਾਨੂੰ ਇਨਸਾਫ ਮਿਲਣ ਦੀ ਵੀ ਕੋਈ ਉਮੀਦ ਨਹੀਂ ਰਹੀ। ਹੁਣ ਉਸ ਤੋਂ ਪਿੱਛੋਂ ਉਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ ਹੈ ਕਿ ਇਸ ਚੀਜ਼ ਦੇ ਖਿਲਾਫ, ਇਸ ਵਰਤਾਰੇ ਦੇ ਖਿਲਾਫ ਅੰਦੋਲਨ ਕੀਤਾ ਜਾਏਗਾ। ਉਹਨਾਂ ਨੇ ਰਕੇਸ਼ ਟਕੈਤ ਹੋਰੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਤੇ ਰਕੇਸ਼ ਟਕੈਤ ਹੋਰੀ ਨੇ ਉਹਨਾਂ ਦੇ ਨਾਲ ਪੂਰੀ ਸਹਿਮਤੀ ਪ੍ਰਗਟ ਕੀਤੀ ਹੈ। ਰਕੇਸ਼ ਟਕੈਤ ਹੋਰਾਂ ਨੇ ਆਪ ਹੀ ਕਿਹਾ ਹੈ ਕਿ ਮੈਂ ਜੇਲ੍ਹ ਜਿੱਦਾਂ ਚਿਰ ਤੱਕ ਉਹਦੀ ਜ਼ਮਾਨਤ ਰੱਦ ਨਹੀਂ ਹੁੰਦੀ, ਮੈਂ ਜੇਲ੍ਹ ਦੇ ਬਾਹਰ ਧਰਨੇ ਤੇ ਬੈਠਾਂਗਾ। ਦੂਜੀ ਗੱਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਇਸ ਜਿਹੜੀ ਜ਼ਮਾਨਤ ਹੋਈ ਹੈ ਇਹਦੇ ਖਿਲਾਫ ਸੁਪਰੀਮ ਕੋਰਟ ਵਿੱਚ ਵੀ ਜਾਵਾਂਗੇ। ਤੀਜੀ ਗੱਲ ਉਹਨਾਂ ਨੇ ਇਹ ਕਹੀ ਹੈ ਟਕੈਤ ਹੋਰਾਂ ਨੇ ਕਿ ਜਿਹੜਾ ਉਹਨਾਂ ਦੇ ਪਿਤਾ ਜੀ ਆਸ਼ੀਸ਼ ਮਿਸ਼ਰ ਦੇ ਅਜੇ ਮਿਸ਼ਰ ਟੈਨੀ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ। ਉਹਨਾਂ ਨੂੰ ਹੁਣ ਤੱਕ ਕੇਂਦਰੀ ਮੰਤਰੀ ਮੰਡਲ ਤੋਂ ਬਰਖਾਸਤ ਕਿਉਂ ਨਹੀਂ ਕੀਤਾ ਗਿਆ? ਉਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਔਰ ਇੱਕ ਉਹਨਾਂ ਨੇ ਗੱਲ ਇਹ ਕਹੀ ਕਿ 4 ਜਾਂ 5 ਬੰਦੇ ਜਿਹੜੇ ਨੇ ਉਹਨਾਂ ਨੂੰ ਕੁਚਲ ਕੇ ਮਾਰਨ ਤੋਂ ਬਾਅਦ 3 ਮਹੀਨਿਆਂ ਬਾਅਦ ਜਿਹੜਾ ਮੁੱਖ ਦੋਸ਼ੀ ਹੈ ਉਹ ਜੇਲ੍ਹ ਤੋਂ ਬਾਹਰ ਆ ਜਾਂਦਾ, ਰਿਹਾ ਹੋ ਕੇ ਆ ਜਾਂਦਾ ਹੈ। ਇਹ ਕਿਸ ਤਰ੍ਹਾਂ ਦਾ ਕਾਨੂੰਨ ਹੈ ਤੇ ਕੀ ਦੇਸ਼ ਨੂੰ ਇਸ ਤਰ੍ਹਾਂ ਦੇ ਹੀ ਸ਼ਾਸਕ ਚਾਹੀਦੇ ਨੇ? ਜਿਸ ਤਰ੍ਹਾਂ ਕਿ ਇਹਨਾਂ ਸਾਰੇ ਕਤਲਾਂ ਲਈ ਜੇ ਆਸ਼ੀਸ਼ ਮਿਸ਼ਰ ਜ਼ਿੰਮੇਵਾਰ ਆ ਤਾਂ ਇਹ ਵੀ ਕਿਹਾ ਗਿਆ ਕਿ ਇਹਦੇ ਪਿੱਛੇ ਕੋਈ ਜਿਹੜੀ ਹੈ ਸਾਜ਼ਿਸ਼ ਹੈ ਉਹ ਵੀ ਸੀ ਔਰ ਉਹਦੇ ਨਾਲ ਉਹ ਬਿਆਨ ਜੋੜੇ ਜਾ ਰਹੇ ਸੀ ਜਿਹੜੇ ਅਜੇ ਮਿਸ਼ਰ ਨੇ ਉਸ ਤੋਂ ਪਹਿਲਾਂ ਕਿਤੇ ਸੰਬੋਧਨ ਕਰਦਿਆਂ ਹੋਏ ਦਿੱਤੇ ਸੀ ਔਰ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਹਟ ਜਾਓ ਨਹੀਂ ਤੇ ਤੁਹਾਨੂੰ 2 ਮਿੰਟ 'ਚ ਬੰਦੇ ਬਣਾ ਦਿਆਂਗਾ, ਮੈਂ ਸਿੱਧੇ ਕਰ ਦੇਵਾਂਗਾ। ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਉਹਨਾਂ ਦੀ ਆਈ ਸੀ
ਔਰ ਕਿਹਾ ਕਿ ਜਾ ਰਿਹਾ ਸੀਗਾ ਸਾਰੀਆਂ ਗੱਲਾਂ ਨੂੰ ਕਿ ਇਹ ਉਹਦੇ ਨਾਲ ਜੋੜ ਕੇ ਪੇਸ਼ ਕੀਤੀਆਂ ਗਈਆਂ, ਕਿਉਂਕਿ ਅਜੇ ਮਿਸ਼ਰ ਉਸ ਦਿਨ ਆਪਣੇ ਇਲਾਕੇ ਦੇ ਵਿੱਚ ਕੋਈ ਟੂਰਨਾਮੈਂਟ ਕਰਵਾ ਰਹੇ ਸੀ, ਕਬੱਡੀ ਟੂਰਨਾਮੈਂਟ, ਤੇ ਕਿਸਾਨ ਉਹਦਾ ਵਿਰੋਧ ਕਰ ਰਹੇ ਸੀ। ਔਰ ਇਹ ਸਾਰਾ ਕੁਝ ਘਟਨਾ ਚੁੱਕਰ ਇਸ ਦੌਰਾਨ ਵਾਪਰਿਆ। ਸ਼ਾਇਦ ਉਹਨਾਂ ਨੂੰ ਇਹ ਸੀਗਾ ਕਿ ਕਿਸਾਨ ਜਿਹੜੇ ਨੇ ਸਾਡੇ ਪ੍ਰੋਗਰਾਮ ਦਾ ਕਿਉਂ ਵਿਰੋਧ ਕਰ ਰਹੇ ਨੇ, ਔਰ ਇਸ ਤਰ੍ਹਾਂ ਦੀ ਕਿਹੜੀ ਜਿਹੜੀ ਹੈ ਉਹ ਕੱਢੀ ਗਈ। ਪਰ ਉਹ ਸਾਰਾ ਕੁਝ ਕਿਤੇ ਸਾਬਤ ਨਹੀਂ ਹੋਇਆ। ਜਿਹੜੀ ਜਾਂਚ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਹੜੀ ਇਨਵੈਸਟੀਗੇਸ਼ਨ ਹੋਈ ਹੈ, ਉਹਦੇ 'ਚ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿਤੇ ਨਹੀਂ ਆਈਆਂ। ਪੁਲਿਸ ਨੇ ਜੋ ਜਾਂਚ ਕੀਤੀ ਹੈ ਉਹਦੇ ਆਧਾਰ ਦੇ ਉੱਤੇ ਅਦਾਲਤਾਂ ਨੇ ਕਾਰਵਾਈ ਕਰਨੀ ਹੁੰਦੀ ਹੈ। ਜੋ ਸਬੂਤ ਪੇਸ਼ ਕੀਤੇ ਗਏ, ਜਿਸ ਤਰ੍ਹਾਂ ਦੀਆਂ ਗਵਾਹੀਆਂ ਦਿੱਤੀਆਂ ਗਈਆਂ, ਜੋ ਕੁਛ ਹਕੀਕਤ ਉਹਨਾਂ ਦੇ ਸਾਹਮਣੇ ਰੱਖੀ ਗਈ, ਜਾਂ ਜੋ ਵੀ ਕੁਛ ਉਹਨਾਂ ਦੇ ਸਾਹਮਣੇ ਬਿਆਨ ਕੀਤਾ ਗਿਆ, ਅਦਾਲਤਾਂ ਨੇ ਉਸ ਸੰਬੰਧ ਦੇ ਵਿੱਚ ਕਾਰਵਾਈ ਕਰਨੀ ਹੁੰਦੀ। ਅਜੇ ਕਿ ਜਿਹੜੇ ਕਿਸਾਨਾਂ ਦੇ ਵਕੀਲ ਆ ਉਹਨਾਂ ਨੇ ਇਹ ਗੱਲ ਵੀ ਕੀਤੀ ਸੀ ਕਿ ਭਾਵੇਂ ਜ਼ਮਾਨਤ ਹੋ ਗਈ ਉਹਨਾਂ ਦੀ, ਪਰ ਜਿੰਨੀਆਂ ਧਾਰਾਵਾਂ ਉਹਨਾਂ ਦੇ ਉੱਤੇ ਲੱਗੀਆਂ ਨੇ ਸਾਰੀਆਂ ਧਾਰਾਵਾਂ ਦੇ ਅਧੀਨ ਜ਼ਮਾਨਤ ਨਹੀਂ ਹੋਈ। ਇਸ ਕਰਕੇ ਉਸ ਨੂੰ ਜੇਲ੍ਹ ਤੋਂ ਅਜੇ ਰਿਹਾ ਨਹੀਂ ਕੀਤਾ ਜਾ ਸਕਦਾ। ਪਰ ਉਹ ਕੱਲ ਸ਼ਾਮ ਜੇਲ੍ਹ ਤੋਂ ਰਿਹਾ ਹੋ ਕੇ ਉਹਨਾਂ ਦੇ ਵਕੀਲਾਂ ਨੇ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਪੇਸ਼ ਕਰਕੇ ਕੱਲ ਸ਼ਾਮ ਉਹਨਾਂ ਨੂੰ ਛੁਡਾ ਲਿਆ ਤੇ ਉਹ ਘਰ ਪਹੁੰਚ ਗਏ ਨੇ। ਹੁਣ ਇਹ ਅੰਦੋਲਨ ਜਿਹੜਾ ਹੈ ਇਸ ਮਾਮਲੇ ਦੇ ਉੱਤੇ ਫਿਰ ਅੱਗੇ ਵਧਣ ਦੀਆਂ ਕਾਫੀ ਸੰਭਾਵਨਾਵਾਂ ਬਣ ਗਈਆਂ ਜੀ। ਸੰਧੂ ਸਾਹਿਬ, ਤੁਸੀਂ ਕੱਲ੍ਹ ਇਹ ਖਬਰ ਸਾਂਝੀ ਕੀਤੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਕੀਤੀ ਹੈ, ਇੱਕ ਮੁਲਾਕਾਤ ਹੋਈ, ਤੇ ਉਸ ਮੁਲਾਕਾਤ ਦੌਰਾਨ ਅਮਿਤ ਸ਼ਾਹ ਨੂੰ ਸਨਮਾਨਿਤ ਕੀਤੇ ਜਾਣ ਤੇ ਵਿਵਾਦ ਛਿੜ ਗਿਆ ਤੇ ਹੁਣ ਸ਼੍ਰੋਮਣੀ ਕਮੇਟੀ ਨੂੰ ਸਫਾਈ ਦੇਣੀ ਪਈ ਇਸ ਮਾਮਲੇ ਦੀ। ਬਿਲਕੁਲ ਜੀ, ਜਦੋਂ ਚੋਣਾਂ ਦਾ ਮੌਸਮ ਆਉਂਦਾ ਵਾਸੂ ਜੀ, ਇਹ ਗੱਲ ਤੇ ਮਤਲਬ ਅੰਡਰਸਟੂਡ ਹੀ ਹੈ। ਭਾਰਤ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ, ਕਿਸੇ ਸੂਬੇ ਦੇ ਵਿੱਚ ਚੋਣਾਂ ਹੋਣ, ਇੱਥੇ ਜੋ ਕੁਝ ਹੁੰਦਾ ਹੈ, ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਇਹਦੇ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ, ਡਿਸਕਸ ਕਰ ਰਹੇ ਹਾਂ। ਉੱਥੇ ਇਹੀ ਮਾਹੌਲ ਹੁੰਦਾ ਹੈ ਕਿ ਜਦੋਂ ਚੋਣਾਂ ਦੇ ਦਿਨ ਹੁੰਦੇ ਨੇ ਉਦੋਂ ਸਾਰਾ ਕੁਝ ਠੀਕ ਲੱਗਦਾ ਹੁੰਦਾ ਤੇ ਕੋਈ ਵੀ ਢੰਗ ਤਰੀਕਾ ਵਰਤ ਕੇ, ਸਾਮ ਦਾਮ ਦੰਡ ਭੇਦ, ਕੋਈ ਵੀ ਹਰਬਾ ਵਰਤ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਉਂਕਿ ਇਹ ਸਾਰਾ 1 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਤੇ 1 ਮਹੀਨੇ ਦੇ ਵਿੱਚ ਜਿਹੜੀ ਪਾਰਟੀ ਚੋਣਾਂ ਜਿੱਤ ਜਾਂਦੀ ਹੈ, ਫਿਰ 5 ਸਾਲ ਉਸ ਸੂਬੇ ਦੀਆਂ ਜਾਂ ਉਸ ਦੇਸ਼ ਦੀਆਂ ਵਾਗਾਂ ਉਹਦੇ ਹੱਥ ਵਿੱਚ ਹੁੰਦੀਆਂ ਨੇ, ਜਿਹੜੇ ਪਾਸੇ ਨੂੰ ਮਰਜ਼ੀ ਘੋੜੇ ਭਜਾ ਲਵੇ ਜੀ। ਉਹਦੇ ਵਾਸਤੇ ਕੁਝ ਨਹੀਂ ਦੇਖਿਆ ਜਾਂਦਾ, ਕਿਹਦੇ ਪੈਰੀਂ ਹੱਥ ਲਾਣੇ ਆ, ਕਿਹਦੇ ਜਾਣਾ ਹੈ, ਕਿਹਨੂੰ ਕਹਿਣਾ ਹੈ, ਕਿਹਦੀ ਮਿਹਨਤ ਕਰਨੀ ਹੈ, ਕਿਹਦਾ ਟੱਲਾ ਕਰਨਾ ਹੈ। ਘਰ ਘਰ ਲੋਕਾਂ ਦੇ ਬੂਹੇ ਵੀ ਖੜਕਾਏ ਜਾ ਰਹੇ ਨੇ ਇਕੱਲੇ ਇਕੱਲੇ ਦੇ ਕਿ ਤੁਸੀਂ ਸਾਡਾ ਖਿਆਲ ਰੱਖਿਓ। ਹਜੇ ਉਹ ਕੈਂਡੀਡੇਟ ਜਿਹੜਾ ਉਹ ਅਗਲੇ ਬੂਹੇ ਤੇ ਗਿਆ ਨਹੀਂ ਹੁੰਦਾ ਤੇ ਮਗਰੋਂ ਦੂਜਾ ਆ ਜਾਂਦਾ, ਉਹ ਕਹਿੰਦਾ ਜੀ ਸਾਡਾ ਖਿਆਲ ਰੱਖਿਓ। ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁੰਦਾ। ਇਸ ਮਾਹੌਲ ਦੇ ਵਿੱਚ ਕੁਝ 3-4 ਘਟਨਾ ਚੱਕਰ ਪਿਛਲੇ ਦਿਨ ਹੀ ਹੋਏ ਹੈ, ਜਿਨ੍ਹਾਂ ਦੇ ਵਿੱਚੋਂ ਪਹਿਲਾ ਘਟਨਾ ਚੱਕਰ ਸੀ ਜਦੋਂ ਡੇਰਾ ਸਿਰਸਾ ਦੇ ਜਿਹੜੇ ਮੁਖੀ ਰਾਮ ਰਹੀਮ ਹੈ ਉਹਨਾਂ ਨੂੰ 21 ਦਿਨ ਦੀ ਪੈਰੋਲ ਤੇ ਰਿਹਾ ਕੀਤਾ ਗਿਆ। ਤੇ ਉਸ ਵੇਲੇ ਨਾਲ ਇਹ ਵੀ ਕਿਹਾ ਗਿਆ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਕਿ ਇਹਦਾ ਚੋਣਾਂ ਦੇ ਨਾਲ ਕੋਈ ਸੰਬੰਧ ਨਹੀਂ। ਇੱਕ ਹੋਰ ਮੰਤਰੀ ਵੱਲੋਂ ਕਿਹਾ ਗਿਆ ਕਿ ਜਿਹੜਾ ਜੀ 3 ਸਾਲ ਜੇਲ੍ਹ ਵਿੱਚ ਰਹਿੰਦਾ ਉਸ ਨੂੰ ਇਸ ਚੀਜ਼ ਦਾ ਹੱਕ ਹੁੰਦਾ ਕਿ ਪੈਰੋਲ ਤੇ ਜਾ ਸਕਦਾ ਹੈ। ਮਤਲਬ ਇਹ ਸਾਰੀਆਂ ਗੱਲਾਂ ਉਸ ਵੇਲੇ ਆਪੇ ਹੀ ਕਰ ਦਿੱਤੀਆਂ ਗਈਆਂ, ਕਿਸੇ ਨੇ ਕੋਈ ਉਹਨਾਂ ਤੋਂ ਸਵਾਲ ਨਹੀਂ ਪੁੱਛਿਆ। ਡੇਰਾ ਸਿਰਸਾ ਦਾ ਬਹੁਤ ਵੱਡਾ ਵੋਟ ਬੈਂਕ ਹੈ ਔਰ ਬਾਕੀ ਜਿਹੜੇ ਆ ਡੇਰੇ ਆ ਉਹਨਾਂ ਦਾ ਵੀ ਬਹੁਤ ਵੱਡਾ ਵੋਟ ਬੈਂਕ ਹੈ। ਸਾਰਿਆਂ ਤੱਕ ਅਪਰੋਚ ਕੀਤੀ ਜਾ ਰਹੀ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ, ਉਹਨਾਂ ਨੇ ਡੇਰਾ ਬਿਆਸ ਦੇ ਮੁਖੀ ਨਾਲ ਮੀਟਿੰਗ ਕੀਤੀ, ਗੱਲਬਾਤ ਕੀਤੀ। ਉਹਨਾਂ ਦਾ ਵੀ 12-14 ਸੀਟਾਂ ਦੇ ਉੱਤੇ ਬੜਾ ਪ੍ਰਭਾਵ ਆ ਉਸ ਡੇਰੇ ਦਾ ਵੀ। ਇਸ ਦੌਰਾਨ ਹੀ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ, ਉਹਨਾਂ ਨੇ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨਾਲ ਮੀਟਿੰਗ ਕੀਤੀ। 1 ਘੰਟਾ ਬੰਦ ਕਮਰੇ 'ਚ ਉਹਨਾਂ ਦੀ ਮੁਲਾਕਾਤ ਹੋਈ। ਪਰ ਜਦੋਂ ਉਹ ਮੁਲਾਕਾਤ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਜਥੇਦਾਰ ਸਾਹਿਬ ਵੱਲੋਂ, ਔਰ ਉਹ ਫੋਟੋ ਵਾਇਰਲ ਹੋ ਗਈ, ਤਾਂ ਉਸ ਫੋਟੋ ਦੇ ਉੱਤੇ ਫੇਰ ਹੰਗਾਮਾ ਖੜਾ ਹੋ ਗਿਆ, ਬਵਾਲ ਮਚ ਗਿਆ ਕਿ ਇਹਨਾਂ ਨੂੰ ਕਿਸ ਤਰ੍ਹਾਂ ਸਨਮਾਨਿਤ ਕੀਤਾ ਗਿਆ। ਇਹਦਾ ਕਾਫੀ ਵਿਰੋਧ ਹੋਇਆ ਇਸ ਗੱਲ ਦਾ। ਇਸ ਵਿਰੋਧ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਫਾਈ ਇਹ ਪੇਸ਼ ਕਰਨੀ ਪਈ ਕਿ ਇਹ ਸਾਡਾ SGPC ਦਾ ਇੱਥੇ ਪ੍ਰੋਟੋਕੋਲ ਹੈ ਕਿ ਜੇ ਵੀ ਕੋਈ ਕੇਂਦਰੀ ਮੰਤਰੀ ਜਾਂ ਕੋਈ ਉੱਚ ਹਸਤੀ ਜਾਂ ਕੋਈ ਏਦਾਂ ਦੀ ਮਤਲਬ ਸ਼ਖਸੀਅਤ ਉੱਥੇ ਆਉਂਦੀ ਹੈ ਤਾਂ ਅਸੀਂ ਕਿਸੇ ਨਾਲ ਬਿਨਾਂ ਭੇਦਭਾਵ ਕੀਤੇ ਉਸ ਨੂੰ ਸਨਮਾਨਿਤ ਕਰਦੇ ਹਾਂ। ਇਹ ਸਾਡਾ ਇੱਥੇ ਦਾ ਪ੍ਰੋਟੋਕੋਲ ਹੈ। ਤੇ ਦੂਜਾ ਉਹਨਾਂ ਨੇ ਇਹ ਗੱਲ ਕਹੀ ਕਿ ਕੁਝ ਲੋਕ ਨੇ ਜਿਹੜੇ ਇਹਨਾਂ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਉਹ ਹੁਣ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਗੱਲਾਂ ਭਾਵੇਂ SGPC ਵਾਲੇ ਆਪਣੇ ਹੱਕ ਵਿੱਚ ਕਹਿਣ ਤੇ ਜਿਹੜੇ ਵਿਰੋਧੀ ਧਿਰਾਂ ਨੇ ਉਹ ਆਪਣੇ ਹੱਕ ਵਿੱਚ ਕਹਿਣ ਕਿ ਅਜਿਹਾ ਕਿਵੇਂ ਹੋਇਆ, ਕਿਉਂਕਿ ਆਪਾਂ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਲੰਬੇ ਸਮੇਂ ਤੋਂ ਵਿਰੋਧ ਚੱਲ ਰਿਹਾ, ਜਦੋਂ ਤੋਂ ਕਿਸਾਨ ਅੰਦੋਲਨ ਛਿੜਿਆ ਸੀ, ਔਰ ਉਹ ਅਜੇ ਵੀ ਜਾਰੀ ਹੈ। ਜੇ ਆਪਾਂ ਕਹੀਏ ਕਿ ਪੰਜਾਬ ਦੇ ਲੋਕ ਉਸ ਸਾਰੇ ਕੁਝ ਨੂੰ ਬਿਲਕੁਲ ਭੁੱਲ ਕੇ ਤੇ ਚੇਤਾ ਵਿਸਾਰ ਕੇ ਹੁਣ ਉਹਨਾਂ ਦੇ ਨਾਲ ਤੁਰ ਰਹੇ ਨੇ, ਐਸਾ ਦੀ ਕੋਈ ਗੱਲ ਨਹੀਂ।
ਭਾਵੇਂ ਉਹਨਾਂ ਨੇ ਵੀ ਆਪਣੀਆਂ ਸਰਗਰਮੀਆਂ ਬਹੁਤ ਤੇਜ਼ ਕੀਤੀਆਂ ਨੇ, ਪੈਰ ਵੀ ਜਮਾਏ ਨੇ, ਜੜ੍ਹਾਂ ਵੀ ਜਮਾਈਆਂ ਨੇ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਸਾਰਾ ਪੰਜਾਬ ਆਪਾਂ ਕਹੀਏ ਇਕਮੁੱਠ ਹੋ ਕੇ ਉਹਨਾਂ ਦੇ ਹੱਕ ਦੇ ਵਿੱਚ ਤੁਰ ਪਿਆ। ਏਦਾਂ ਦੀ ਕੋਈ ਗੱਲ ਨਹੀਂ। ਜੀ ਔਰ ਲੋਕ ਉਹਨਾਂ ਨਾਲ ਅਜੇ ਵੀ ਗੁੱਸੇ, ਜਿਹੜੇ ਲੋਕ ਗੁੱਸੇ ਚੱਲ ਰਹੇ ਨੇ, ਨਾਰਾਜ਼ ਚੱਲ ਰਹੇ ਨੇ, ਜਾਂ ਜਿਨ੍ਹਾਂ ਲੋਕਾਂ ਦੇ ਉੱਥੇ ਪਰਿਵਾਰਕ ਮੈਂਬਰ ਜਿਹੜੇ ਸੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਨੇ, ਉਹ ਭਾਰਤੀ ਜਨਤਾ ਪਾਰਟੀ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇਸ ਵਾਸਤੇ ਜ਼ਿੰਮੇਵਾਰ ਸਮਝਦੇ ਨੇ। ਇਸ ਕਰਕੇ ਉਹ ਇਸ ਐਂਗਲ ਤੋਂ ਗੁੱਸਾ ਕਰ ਰਹੇ ਨੇ। ਪਰ ਐਸਜੀਪੀਸੀ ਜਿਹੜੀ ਆ ਉਹਨੂੰ ਹੁਣ ਇਹ ਸਫਾਈ ਦੇਣੀ ਪੈ ਰਹੀ ਹੈ, ਕਿਉਂਕਿ ਇਹ ਸਾਰਾ ਕੁਝ ਵਾਪਰ ਗਿਆ, ਫੋਟੋ ਵਾਇਰਲ ਹੋ ਗਈ ਹੈ, ਸਨਮਾਨਿਤ ਕੀਤਾ ਜਾ ਚੁੱਕਾ ਹੈ, ਮੀਟਿੰਗ ਹੋ ਚੁੱਕੀ ਹੈ। ਜੀ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਕੇ ਜਿਹੜੇ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕਰਾਉਣ ਦੀ ਗੱਲ ਕੀਤੀ ਹੈ, ਤਾਂ ਇਹ ਕੋਈ ਮਾੜਾ ਨਹੀਂ। ਇਹ ਗੱਲ ਆਪਾਂ ਠੀਕ ਵੀ ਕਹਿ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਬੰਦੀ ਸਿੱਖ ਜਿਹੜੇ ਆ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ, ਪਰ ਉਹਨਾਂ ਨੂੰ ਫੇਰ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਔਰ ਉਹਨਾਂ ਦੇ ਪਰਿਵਾਰ ਵਾਰ-ਵਾਰ ਇਸ ਚੀਜ਼ ਵਾਸਤੇ ਚਾਰਾਜੋਈ ਕਰ ਰਹੇ ਨੇ, ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਤੇ ਹੋ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਇਹ ਮਾਮਲਾ ਵੀ ਉਹਨਾਂ ਕੋਲ ਉਠਾਇਆ ਹੋਵੇ, ਪਰ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਹੈ ਨਾ ਓਪਨਲੀ ਉਹ ਸਮਝ ਨਹੀਂ ਆਈ। ਇਹ ਸਾਰੇ ਅੰਦਾਜ਼ੇ, ਕਿਆਸ ਰਾਈਆਂ, ਜਾਂ ਆਪਣੇ ਆਪਣੇ ਵਿਚਾਰ, ਜਾਂ ਮੀਡੀਆ ਵਾਲਿਆਂ ਦੇ ਅੰਦਾਜ਼ੇ, ਇਸ ਤਰ੍ਹਾਂ ਦੀਆਂ ਗੱਲਾਂ ਹੀ ਇਹਦੇ ਵਿੱਚੋਂ ਸਾਹਮਣੇ ਆਈਆਂ ਨੇ। ਜਾਂ ਹੁਣ ਐਸਜੀਪੀਸੀ ਨੇ ਇਹ ਗੱਲ ਕਰਕੇ ਥੋੜੀ ਜਿਹੀ ਇਹਦੇ ਤੇ ਮੋਹਰ ਲਾਈ ਹੈ ਕਿ ਜੇ ਉਹਨਾਂ ਨੇ ਇਹ ਗੱਲ ਕੀਤੀ ਹੈ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ, ਤੇ ਇਹਦੇ 'ਚ ਕੋਈ ਮਾੜਾ ਨਹੀਂ ਹੋਇਆ। ਪਰ ਇਹ ਬਵਾਲ ਜਿਹੜਾ, ਹੰਗਾਮਾ ਜਿਹੜਾ, ਅਜੇ ਵਾਸੂ ਜੀ ਰੁਕਦਾ ਨਜ਼ਰ ਆ ਨਹੀਂ ਰਿਹਾ। ਜੀ ਜੋਗਿੰਦਰ ਸੰਧੂ ਜੀ, ਅੱਜ ਕੈਨੇਡੀਅਨ ਸਮੇਂ ਮੁਤਾਬਕ ਅੱਜ ਸਵੇਰੇ ਇਹ ਬੜੀ ਦੁਖਦਾਈ ਖਬਰ ਸਾਹਮਣੇ ਆਈ ਕਿ ਦੀਪ ਸਿੱਧੂ ਦਾ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਇਸ ਹਾਦਸੇ ਦੀਆਂ ਹੋਰ ਕਿਹੜੀਆਂ ਡਿਟੇਲਸ ਅਜੇ ਤੱਕ ਸਾਹਮਣੇ ਆਈਆਂ ਜੀ? ਵਾਸੂ ਜੀ ਇਹਦੇ ਬਾਰੇ ਕੁਝ ਬਹੁਤ ਜ਼ਿਆਦਾ ਡਿਟੇਲ ਨਹੀਂ ਆਈਆਂ। ਜਿੰਨੀ ਕੋ ਖਬਰ ਮੇਰਾ ਖਿਆਲ ਤੁਹਾਡੇ ਤੱਕ ਪਹੁੰਚੀ ਹੈ, ਉਨੀ ਕੀ ਹਜੇ ਤੱਕ ਸਾਡੇ ਕੋਲ ਪਹੁੰਚੀ ਹੈ ਕਿ ਉਹ ਦਿੱਲੀ ਤੋਂ ਵਾਪਸ ਆ ਰਹੇ ਸੀ। ਦੀਪ ਸਿੱਧੂ ਹੋਣੀ, ਉਹਨਾਂ ਦੇ ਨਾਲ ਉਹਨਾਂ ਦੇ ਕੋਈ ਮਹਿਲਾ ਮਿੱਤਰ ਵੀ ਬੈਠੇ ਸੀਗੇ ਜੀ, ਔਰ ਉਹ ਆਪ ਹੀ ਗੱਡੀ ਡਰਾਈਵ ਕਰ ਰਹੇ ਸੀਗੇ। ਜਦੋਂ ਗੱਡੀ ਡਰਾਈਵ ਕਰ ਰਹੇ ਸੀ ਤਾਂ ਉਹਨਾਂ ਦਾ ਇੱਕ ਕੰਟੇਨਰ ਦੇ ਨਾਲ ਪਿੱਛੋਂ ਜਿਹੜੀ ਗੱਡੀ ਆ ਉਹ ਇੰਨੀ ਜ਼ੋਰ ਦੀ ਟਕਰਾਈ ਕਿ ਦੀਪ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਜਿਹੜੀ ਉਹ ਨਾਲ ਲੇਡੀ ਸੀਗੀ ਉਹ ਜ਼ਖਮੀ ਹੋਏ, ਪਰ ਉਹ ਖਤਰੇ ਤੋਂ ਬਾਹਰ ਨੇ, ਉਹ ਬਿਲਕੁਲ ਠੀਕ ਠਾਕ ਨੇ ਜੀ। ਦੀਪ ਸਿੱਧੂ ਕਾਫੀ ਚਰਚਿਤ ਰਹੇ ਨੇ ਪਿਛਲੇ ਸਮੇਂ ਦੇ ਵਿੱਚ, ਖਾਸ ਕਰਕੇ ਕਿਸਾਨ ਅੰਦੋਲਨ ਦੇ ਦੌਰਾਨ ਹੀ ਉਹ ਜ਼ਿਆਦਾ ਉੱਭਰ ਕੇ ਸਾਹਮਣੇ ਆਏ ਸੀ। ਇਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਫਿਲਮ ਅਭਿਨੇਤਾ ਦੇ ਤੌਰ ਤੇ ਜਾਣਿਆ ਜਾਂਦਾ ਸੀ, ਜਾਂ ਥੋੜੀ ਜਿਹੀ ਚਰਚਾ ਉਹਨਾਂ ਦੀ ਉਦੋਂ ਹੋਈ ਸੀ ਜਦੋਂ ਸੰਨੀ ਢਿੱਲੋਂ ਨੇ ਆਪਣੇ ਜਿਹੜੇ ਸੰਨੀ ਦਿਓਲ ਹੈ ਫਿਲਮ ਅਭਿਨੇਤਾ, ਉਹਨਾਂ ਨੇ ਗੁਰਦਾਸਪੁਰ ਤੋਂ ਚੋਣ ਲੜੀ ਸੀ। ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਕੁਝ ਫੋਟੋ ਜਿਹੜੀਆਂ ਉਹ ਵਾਇਰਲ ਹੋਈਆਂ ਸੀ। ਪਰ ਇੱਕ ਅਭਿਨੇਤਾ ਦੂਜੇ ਅਭਿਨੇਤਾ ਦੇ ਨਾਲ ਜਾ ਸਕਦਾ ਹੈ, ਉਹਦੇ 'ਚ ਇਹ ਵੀ ਕੋਈ ਗੱਲ ਨਹੀਂ ਹੈ ਕਿ ਉਹ ਪਾਰਟੀ ਦੇ ਨਾਲ ਕਮਿਟਡ ਹੋਵੇ। ਪਰ ਫਿਰ ਇਸ ਦੌਰਾਨ ਉਹਨਾਂ ਦੀਆਂ ਭਾਜਪਾ ਦੇ ਕੁਝ ਉੱਚ ਲੀਡਰਾਂ ਦੇ ਨਾਲ, ਪ੍ਰਧਾਨ ਮੰਤਰੀ ਨਾਲ, ਗ੍ਰਹਿ ਮੰਤਰੀ ਨਾਲ ਕੁਝ ਇਸ ਤਰ੍ਹਾਂ ਦੀਆਂ ਫੋਟੋ ਵੀ ਵਾਇਰਲ ਹੋਈਆਂ ਸੀ, ਜਿਨ੍ਹਾਂ ਨੂੰ ਲੈ ਕੇ ਵੀ ਕਾਫੀ ਚਰਚਾ ਛਿੜੀ ਸੀ। ਫਿਰ ਉਸ ਤੋਂ ਬਾਅਦ ਉਹ ਚਰਚਾ ਦੇ ਵਿੱਚ ਆਏ ਜਦੋਂ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ਉੱਤੇ ਝੰਡਾ ਚਲਾਉਣ ਵਰਗੀ ਗੱਲ ਹੋਈ ਤੇ ਉੱਥੇ ਹਿੰਸਾ ਹੋਈ। ਉਹਦੇ ਵਿੱਚ ਵੀ ਉਸ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਸੀ, ਔਰ ਫਿਰ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਵੀ ਕੀਤਾ ਗਿਆ। ਫਿਰ ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋਈ ਕਾਫੀ ਦੇਰ ਬਾਅਦ। ਔਰ ਇਹ ਸਾਰੇ ਮਾਮਲੇ ਦੇ ਵਿੱਚ ਦੀਪ ਸਿੱਧੂ ਬਹੁਤ ਸਾਰੇ ਲੋਕ ਜਿਹੜੇ ਆ ਉਹ ਦੀਪ ਸਿੱਧੂ ਨੂੰ ਪਸੰਦ ਕਰਦੇ ਸੀ, ਅੱਜ ਵੀ ਪਸੰਦ ਕਰਦੇ ਆ। ਕੁਝ ਲੋਕ ਜਿਹੜੇ ਆ ਉਸ ਵੇਲੇ ਵੀ ਉਹਦੀ ਆਲੋਚਨਾ ਕਰਦੇ ਸੀ, ਅੱਜ ਵੀ ਆਲੋਚਨਾ ਕਰਦੇ ਆ। ਹਾਲਾਂਕਿ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਸੀ, ਉਹਦੇ ਮੁੱਢਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਨੇ ਕਾਫੀ ਕੰਮ ਕੀਤਾ ਸੀ, ਲੋਕਾਂ ਨੂੰ ਆਪਦੇ ਨਾਲ ਜੋੜਿਆ ਸੀ। ਬਹੁਤ ਵੱਡਾ ਉਹਨਾਂ ਦੀ ਸਟੇਜ ਵੀ ਉੱਥੇ ਚੱਲਦੀ ਰਹੀ ਕੰਟੀਨਿਊਸਲੀ, ਲਗਾਤਾਰ ਉਹਦੇ ਵਾਸਤੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ। ਪਰ ਉਹ ਕੀ ਸਾਬਤ ਕਰਨਾ ਚਾਹੁੰਦੇ ਸੀ ਜਾਂ ਕੀ ਉਹ ਹਾਸਲ ਕਰਨਾ ਚਾਹੁੰਦੇ ਸੀ, ਉਹ ਸਾਰਾ ਕੁਝ ਹੋਇਆ ਨਹੀਂ, ਕਿਉਂਕਿ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਸੀ। ਖੇਤੀ ਕਾਨੂੰਨ ਜਿਹੜੇ ਸੀ ਬਾਅਦ ਚੋਂ ਸਰਕਾਰ ਨੇ ਆਪੇ ਹੀ ਵਾਪਸ ਲੈ ਲਏ, ਜਾਂ ਸਮਝ ਲਓ ਤੁਸੀਂ ਕਿ ਰੱਦ ਕਰ ਦਿੱਤੇ। ਪਰ ਦੀਪ ਸਿੱਧੂ ਜਿਹੜਾ ਸੀਗਾ ਉਹ ਉਸ ਤੋਂ ਬਾਅਦ ਇੰਨਾ ਜ਼ਿਆਦਾ ਚਰਚਾ ਦੇ ਵਿੱਚ ਨਹੀਂ ਆਇਆ, ਤੇ ਇਹਨਾਂ ਚੋਣਾਂ ਦੇ ਵਿੱਚ ਵੀ ਦੀਪ ਸਿੱਧੂ ਕਿਤੇ ਉਹਦੀ ਹਰਕਤ ਦਿਖਾਈ ਜਿਹੜੀ ਹੈ ਉਹ ਨਹੀਂ ਦਿੱਤੀ। ਹਾਲਾਂਕਿ ਹੋਰ ਜਿਹੜੇ ਕੁਝ ਗਾਇਕ ਸੀਗੇ ਉਹ ਜ਼ਰੂਰ ਇਹਦੇ ਵਿੱਚ ਸਰਗਰਮ ਰਹੇ, ਨੇਤਾ ਅਭਿਨੇਤਾ ਵੀ ਸਰਗਰਮ ਰਹੇ, ਅੱਜ ਵੀ ਹੈ। ਕੁਝ ਲੋਕ ਜਿਹੜੇ ਜਿਵੇਂ ਸਿੱਧੂ ਮੂਸੇਵਾਲਾ ਜਾਂ ਹੋਰ ਚੋਣਾਂ ਵੀ ਲੜ ਰਹੇ ਹੈ, ਪਰ ਦੀਪ ਸਿੱਧੂ ਦੀ ਹਾਜ਼ਰੀ ਇਸ ਦੌਰਾਨ ਫੇਰ ਕਿਤੇ ਨਹੀਂ ਲੱਗੀ। ਤੇ ਆਖਿਰਕਾਰ ਫਿਰ ਉਹਨਾਂ ਦੀ ਇਹ ਖਬਰ ਜਿਹੜੀ ਹੈ ਇਹ ਆਈ ਕਿ ਉਹਨਾਂ ਦਾ ਅੱਜ ਤੜਕੇ ਜਿਹੜਾ ਉਹ ਕੱਲ ਸ਼ਾਮੀ ਦੇਹਾਂਤ ਹੋ ਗਿਆ। ਔਰ ਇਹਦੇ ਵਾਸਤੇ ਵੱਖ-ਵੱਖ ਨੇਤਾ ਜਿਹੜੇ ਆ ਹੁਣ ਇਸ ਵੇਲੇ ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਹੈ ਕੈਪਟਨ
ਚਰਨਜੀਤ ਸਿੰਘ ਚੰਨੀ ਔਰ ਸੁਖਬੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ, ਉਹਨਾਂ ਸਾਰਿਆਂ ਵੱਲੋਂ ਤੇ ਹੋਰ ਲੋਕਾਂ ਵੱਲੋਂ ਵੀ ਇਸ ਗੱਲ ਦੇ ਉੱਤੇ ਅਫਸੋਸ ਜ਼ਾਹਰ ਕੀਤਾ ਗਿਆ ਕਿ ਉਹਦੇ ਜਾਣ ਨਾਲ ਸਾਨੂੰ ਬੜਾ ਘਾਟਾ ਪਿਆ। ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਆ ਬਾਅਦ ਦੇ ਵਿੱਚ ਤਕਰੀਬਨ ਕਹਿਣਾ ਪੈਂਦਾ ਪੰਜਾਬ ਦੇ ਵਿੱਚ। ਔਰ ਅੱਜ ਕੱਲ੍ਹ ਕਿਉਂਕਿ ਵੋਟਾਂ ਦਾ ਸਮਾਂ ਚੱਲ ਰਿਹਾ, ਇਸ ਕਰਕੇ ਸਾਰਿਆਂ ਨੇ ਹੀ ਇਹ ਗੱਲ ਕਰਨੀ ਵੀ ਹੈ ਤੇ ਕਰਨੀ ਵੀ ਚਾਹੀਦੀ ਹੈ। ਕਿਸੇ ਦੇ ਤੁਰ ਜਾਣ ਤੋਂ ਪਿੱਛੋਂ ਗੁੱਸੇ ਗਿਲੇ ਜਿਹੜੇ ਆ, ਪਾਰਟੀ ਦਾ ਵਿਰੋਧ ਜਾਂ ਹੋਰ ਕਿਸੇ ਵੀ ਐਂਗਲ ਤੋਂ ਕੋਈ ਵਿਰੋਧ ਹੋਵੇ, ਸਾਰਾ ਕੁਝ ਉਹ ਖਤਮ ਹੋ ਜਾਂਦਾ ਹੈ। ਪਰ ਇਹ ਇੱਕ ਮੰਦਭਾਗਾ ਜਿਹੜਾ ਕਾਂਡ, ਦੁਖਦਾਈ ਕਾਂਡ ਵਾਪਰਿਆ ਜਿਹੜਾ ਕੁਝ ਸਮੇਂ ਤੱਕ ਪੰਜਾਬ ਦੇ ਲੋਕਾਂ ਦੇ ਦਿਲ ਦਿਮਾਗ ਵਿੱਚ ਸੁਲਗਦਾ ਰਹੇਗਾ। ਸੰਧੂ ਸਾਹਿਬ, ਐਟਲੀਸਟ ਸ਼ੁਕਰ ਹੈ ਕਿ ਇੰਨੀ ਕੁ ਸੱਭਿਅਤਾ ਬਚੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਕਿ ਕਿਸੇ ਦੇ ਜਾਣ ਤੋਂ ਬਾਅਦ ਉਹਦੇ ਬਾਰੇ ਕੋਈ ਮੰਦੇ ਸ਼ਬਦ ਨਹੀਂ ਬੋਲੇ ਜਾ ਰਹੇ। ਸੋ ਹੁਣ ਅਰਵਿੰਦ ਕੇਜਰੀਵਾਲ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਰੋਡ ਸ਼ੋਅਜ਼ ਕਰ ਰਹੇ ਨੇ। ਲੁਧਿਆਣੇ ਦੇ ਵਿੱਚ ਵੀ ਉਹਨਾਂ ਨੇ ਇੱਕ ਰੋਡ ਸ਼ੋਅ ਕੀਤਾ ਅਤੇ ਉਸ ਦੌਰਾਨ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਹੜਾ ਬੜਾ ਖਤਰਨਾਕ ਸਾਬਤ ਹੋ ਸਕਦਾ। ਉਹ ਕਹਿੰਦੇ ਕਿ ਪੰਜਾਬ ਦੇ ਹਿੰਦੂ ਆਪਣੀ ਸੁਰੱਖਿਆ ਨੂੰ ਲੈ ਕੇ ਖਤਰੇ 'ਚ ਨੇ, ਉਹ ਖਤਰਾ ਮਹਿਸੂਸ ਕਰਦੇ ਨੇ। ਬਸ ਜੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਜਿੱਦਾਂ ਮਰਜ਼ੀ ਤੋੜ ਮਰੋੜ ਕੇ ਬਿਆਨ ਦਿੱਤਾ ਹੈ, ਪਰ ਉਹਦਾ ਦੇ ਬਿਆਨ ਦਾ ਮਕਸਦ ਕੀ ਹੈ ਉਹ ਸਮਝ ਵਿੱਚ ਆ ਸਕਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੇ। ਅਸਲ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ, ਜੇ ਇਹਨਾਂ ਦਾ ਕੁਝ ਆਧਾਰ ਹੈ, ਜੇ ਇਹਨਾਂ ਨੂੰ ਕੁਝ ਰਿਸਪੌਂਸ ਮਿਲ ਰਿਹਾ ਹੈ, ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਤੱਕ ਉਹਨਾਂ ਨੂੰ ਚੰਗਾ ਹੀ ਰਿਸਪੌਂਸ ਮਿਲ ਰਿਹਾ ਹੈ, ਕਾਫੀ ਰਿਸਪੌਂਸ ਮਿਲ ਰਿਹਾ, ਹੁੰਗਾਰਾ ਮਿਲ ਰਿਹਾ ਹੈ ਬਾਕੀ ਪਾਰਟੀਆਂ ਦੇ ਮੁਕਾਬਲਤਨ, ਤਾਂ ਉਹ ਪੇਂਡੂ ਖੇਤਰਾਂ 'ਚ ਮਿਲ ਰਿਹਾ ਹੈ, ਰੂਰਲ ਜਿਹੜੇ ਹਲਕੇ ਨੇ ਉਹਨਾਂ ਦੇ ਵਿੱਚ ਮਿਲ ਰਿਹਾ ਹੈ। ਸ਼ਹਿਰੀ ਖੇਤਰਾਂ ਦੇ ਵਿੱਚ ਇੰਨਾ ਜ਼ਿਆਦਾ ਉਹਨਾਂ ਨੂੰ ਰਿਸਪੌਂਸ ਨਹੀਂ ਮਿਲ ਰਿਹਾ। ਹੁਣ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਸ਼ਹਿਰੀ ਵੋਟਰਾਂ ਦੇ ਉੱਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਹਿਰੀ ਵੋਟਰਾਂ ਨੂੰ ਇਸ ਤਰ੍ਹਾਂ ਦਾ ਡਰ ਦਿਖਾ ਕੇ ਜਾਂ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦੀ ਗੱਲ ਪੈਦਾ ਕਰਕੇ, ਸੁਰੱਖਿਆ ਦੀ ਭਾਵਨਾ ਪੈਦਾ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਗੱਲ ਉਹਨਾਂ ਨੇ ਕੀਤੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ, ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਆਪਾਂ ਸਭ ਜਾਣਦੇ ਹਾਂ ਕਿ 5 ਜਨਵਰੀ ਨੂੰ ਉਹ ਆਏ ਸੀ, ਜਦੋਂ ਫਿਰੋਜ਼ਪੁਰ ਉਹਨਾਂ ਸੰਬੋਧਨ ਕਰਨਾ ਸੀ ਤੇ ਸੰਬੋਧਨ ਨਹੀਂ ਕਰ ਸਕੇ ਕਿਉਂਕਿ ਉਹਨਾਂ ਦਾ ਰਸਤਾ ਬਲੌਕ ਹੋ ਗਿਆ ਸੀ। ਕਾਰਨ ਕੋਈ ਵੀ ਹੋਵੇ ਉਹਦਾ, ਉਹ ਸੰਬੋਧਨ ਕੀਤੇ ਤੋਂ ਬਗੈਰ ਵਾਪਸ ਮੁੜ ਗਏ ਔਰ ਜਾਂਦੇ ਜਾਂਦੇ ਟਿੱਪਣੀ ਵੀ ਕਰ ਗਏ ਕਿ ਆਪਣੇ ਜਾ ਕੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਇੱਥੋਂ ਜਿੰਦਾ ਵਾਪਸ ਜਾ ਰਿਹਾ। ਮਤਲਬ ਉਹ ਸੁਰੱਖਿਆ ਦੇ ਨਜ਼ਰੀਏ ਤੋਂ ਬੜੀ ਵੱਡੀ ਟਿੱਪਣੀ ਤੇ ਬੜੀ ਗੈਰ ਗੰਭੀਰ ਟਿੱਪਣੀ ਸੀ ਜੀ। ਉਸ ਤੋਂ ਬਾਅਦ ਜਦੋਂ ਉਹ ਜਿੰਦਰ ਵੀ ਆਈ ਸੀ ਤਾਂ ਆਪਾਂ ਗੱਲ ਕੀਤੀ ਸੀ ਕਿ ਉਦੋਂ ਉਹਨਾਂ ਨੇ ਫਿਰ ਇਹ ਗੱਲ ਜਿਹੜੀ ਸੀ ਪ੍ਰਧਾਨ ਮੰਤਰੀ ਹੋਰਾਂ ਨੇ ਆਪ ਹੀ ਉਠਾ ਦਿੱਤੀ ਇਹ ਗੱਲ ਕਿ ਮੈਂ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਜਾਣਾ ਚਾਹੁੰਦਾ ਸੀ, ਪਰ ਇੱਥੋਂ ਦੇ ਪ੍ਰਸ਼ਾਸਨ ਨੇ, ਇੱਥੋਂ ਦੀ ਸੁਰੱਖਿਆ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਕਿ ਉਹ ਪ੍ਰਬੰਧ ਨਹੀਂ ਕਰ ਸਕਦੇ। ਮਤਲਬ ਉਹਦਾ ਇਹੀ ਸੀ ਕਿ ਜੇ ਤੁਸੀਂ ਦੇਵੀ ਤਲਾਬ ਮੰਦਿਰ ਜਾਓਗੇ ਤਾਂ ਅਸੀਂ ਸੁਰੱਖਿਆ ਦੀ ਵਿਵਸਥਾ ਜਿਹੜੀ ਹੈ ਪ੍ਰਬੰਧ ਨਹੀਂ ਸੰਭਾਲ ਸਕਦੇ, ਇਸ ਕਰਕੇ ਤੁਹਾਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਰ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਫਿਰ ਕਦੀ ਆਵਾਂਗਾ ਤੇ ਮੈਂ ਫੇਰ ਆ ਕੇ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਦਰਸ਼ਨ ਕਰਾਂਗਾ, ਮਾਤਾ ਦੇ ਦਰਸ਼ਨ ਕਰਾਂਗਾ। ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਸੀ ਪੰਜਾਬ ਦੇ ਵਿੱਚ, ਜੇ ਕੋਈ ਸਰਕਾਰ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਉਹ ਲੋਕਾਂ ਦੀ ਸੁਰੱਖਿਆ ਕੀ ਕਰੇਗੀ। ਇਸ ਕਰਕੇ ਜਿਹੜਾ ਹਿੰਦੂ ਭਾਈਚਾਰਾ ਉਹਨਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਦੂਜੀ ਗੱਲ ਉਹਨਾਂ ਇਹ ਵੀ ਕਹੀ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਰਮਿਆਨ ਸੁਰੱਖਿਆ ਦੇ ਇਸ ਮਾਮਲੇ ਨੂੰ ਲੈ ਕੇ, ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਜੋ ਖਾਮੀ ਰਹੀ ਹੈ, ਜੋ ਕਮੀ ਰਹੀ ਹੈ ਉਹਦੇ ਵਿੱਚ, ਉਸ ਨੂੰ ਲੈ ਕੇ ਬੜੀ ਗੰਦੀ ਸਿਆਸਤ ਹੋਈ ਹੈ। ਇਸ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ। ਫਿਰ ਉਹਨਾਂ ਇਹ ਕਿਹਾ ਕਿ ਜਦੋਂ ਸਾਡੀ ਸਰਕਾਰ ਆਵੇਗੀ ਅਸੀਂ ਹਰ ਪੰਜਾਬੀ ਨੂੰ ਸੁਰੱਖਿਆ ਦੇਵਾਂਗੇ। ਸਾਡੀ ਸਰਕਾਰ ਦੇ ਵਿੱਚ ਸਾਰੇ ਲੋਕ ਜਿਹੜੇ ਆ ਉਹ ਪੂਰੀ ਤਰ੍ਹਾਂ ਸੁਰੱਖਿਆ ਹੋਣਗੇ, ਹਰ ਵਿਅਕਤੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਚਾਹੇ ਕੋਈ ਵੀ ਮਾਮਲਾ ਹੋਵੇ। ਦੂਜੀ ਗੱਲ ਇੱਕ ਉਹ ਹੋਰ ਵੀ ਕਹਿ ਕੇ ਜਾਂਦੇ ਜਾਂਦੇ ਉਹ ਕਹਿੰਦੇ ਕਿ ਜੇ ਕਿਤੇ ਲੋੜ ਪਵੇਗੀ ਪੰਜਾਬ ਦੇ ਵਿੱਚ, ਪਹਿਲਾਂ ਤੇ ਅਸੀਂ ਇਸ ਮਾਮਲੇ 'ਚ ਕੋਈ ਰਾਜਨੀਤੀ ਨਹੀਂ ਕਰਦੇ ਸੁਰੱਖਿਆ ਦੇ ਮਾਮਲੇ ਵਿੱਚ, ਕਿਉਂਕਿ ਇਹ ਮਾਮਲਾ ਬੜਾ ਗੰਭੀਰ ਤੇ ਡੂੰਘਾ ਮਾਮਲਾ ਹੈ, ਇਹਦੇ ਤੇ ਕੋਈ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਤੇ ਅਸੀਂ ਬਿਲਕੁਲ ਨਹੀਂ ਕਰਦੇ। ਉਹਨਾਂ ਕਿਹਾ ਕਿ ਜੇ ਲੋੜ ਪਵੇਗੀ ਪੰਜਾਬ ਵਿੱਚ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਤੇ ਅਸੀਂ ਤਾਂ ਕੇਂਦਰ ਦੇ ਨਾਲ ਮਿਲ ਕੇ ਵੀ ਕੰਮ ਕਰਨ ਲਈ ਤਿਆਰ ਹਾਂ। ਹੁਣ ਇਹ ਗੱਲ ਕਹਿ ਕੇ ਉਹ ਪਤਾ ਨਹੀਂ ਕੀ ਕਹਿ ਗਏ ਆ ਵੀ ਅਸੀਂ ਕੇਂਦਰ ਨਾਲ ਮਿਲ ਕੇ ਕੰਮ ਇੱਥੋਂ ਦੀ ਸੁਰੱਖਿਆ ਵਾਸਤੇ ਕਰਨ ਲਈ ਤਿਆਰ ਹਾਂ ਤੇ ਸੁਰੱਖਿਆ ਦੇ ਮਾਮਲੇ 'ਚ ਅਸੀਂ ਕੋਈ ਸਮਝੌਤਾ ਜਿਹੜਾ ਉਹ ਨਹੀਂ ਕਰਾਂਗੇ, ਕੋਈ ਸਾਥ ਨਹੀਂ ਵਰਤਾਂਗੇ। ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ। ਰੋਡ ਸ਼ੋਅ ਵੀ ਕੀਤਾ, ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਪ੍ਰੇਰਿਤ ਵੀ ਕੀਤਾ। ਇਹ ਵੀ ਕਿਹਾ ਕਿ ਪੰਜਾਬ ਜਿਹੜਾ ਇੱਕ ਸਰਹੱਦੀ ਸੂਬਾ ਹੈ, ਬਹੁਤ ਸਾਰਾ ਬਾਰਡਰ ਇਹਦੇ ਨਾਲ ਲੱਗਦਾ ਪਾਕਿਸਤਾਨ ਦਾ, ਔਰ ਇੱਥੇ ਇਮਾਨਦਾਰ ਸਰਕਾਰ ਚਾਹੀਦੀ ਹੈ, ਇਮਾਨਦਾਰ ਮੁੱਖ ਮੰਤਰੀ ਚਾਹੀਦਾ ਹੈ। ਜੇ ਕੋਈ ਬੇਈਮਾਨ ਮੁੱਖ ਮੰਤਰੀ ਹੋਵੇਗਾ ਤਾਂ ਫਿਰ SSP ਦੇ, ਥਾਣੇਦਾਰਾਂ ਦੇ ਅਹੁਦੇ ਵਿਗਣਗੇ, ਉਹਨਾਂ ਦੀਆਂ ਪੋਸਟਾਂ ਵਿਗਣਗੀਆਂ। ਤੇ ਜੇ ਅਫਸਰ ਇੱਕ ਤਰ੍ਹਾਂ ਉਹਨਾਂ ਨੇ ਇਹ ਦੋਸ਼ ਵੀ ਲਾਇਆ ਕਿ ਪਹਿਲਾਂ ਪੋਸਟਾਂ ਵਿਕ ਰਹੀਆਂ ਨੇ ਇੱਥੇ,
ਤੇ ਜੇ ਇਸ ਤਰ੍ਹਾਂ ਐਸਐਸਪੀ ਜਾਂ ਐਸਪੀ ਜਾਂ ਥਾਣੇਦਾਰ ਇੰਸਪੈਕਟਰ ਪੈਸੇ ਦੇ ਕੇ ਇੱਕ ਸੀਟਾਂ ਦੇ ਉੱਤੇ ਲੱਗਣਗੇ ਤਾਂ ਉਹ ਅੱਗੇ ਆਪ ਭ੍ਰਿਸ਼ਟਾਚਾਰ ਕਰਨਗੇ, ਫਿਰ ਇੱਥੇ ਨਸ਼ੇ ਵੀ ਵਿਕਣਗੇ ਤੇ ਅੱਤਵਾਦ ਜਿਹੜਾ ਉਹ ਵੀ ਫੈਲੇਗਾ। ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਇੱਥੇ ਕੋਈ ਇਮਾਨਦਾਰ ਸਰਕਾਰ ਚਾਹੀਦੀ ਹੈ, ਇਮਾਨਦਾਰ ਮੁੱਖ ਮੰਤਰੀ ਚਾਹੀਦਾ ਹੈ। ਜੀ ਇੱਕ ਹੋਰ, ਕਿਉਂਕਿ ਮੁੱਦਾ ਬਹੁਤ ਜ਼ਿਆਦਾ ਚਰਚਾ ਛਿੜਦਾ ਰਿਹਾ, ਕੇਜਰੀਵਾਲ ਨੂੰ ਵਾਰ-ਵਾਰ ਸਵਾਲ ਵੀ ਪੁੱਛੇ ਜਾਂਦੇ ਰਹੇ ਕਿ ਜਿਹੜੀ SYL ਲਿੰਕ ਨਹਿਰ ਹੈ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਹੈ, ਤੁਸੀਂ ਪੰਜਾਬ ਦੇ ਹੱਕ ਵਿੱਚ ਹੋ ਕਿ ਹਰਿਆਣਾ ਜਾਂ ਦਿੱਲੀ ਦੇ ਹੱਕ ਵਿੱਚ ਹੋ। ਤਾਂ ਉਹਨਾਂ ਨੇ ਕਿਹਾ ਜੀ ਇਹ ਸਾਡਾ ਮਸਲਾ ਨਹੀਂ ਹੈ, ਇਹ ਤਾਂ ਕਾਂਗਰਸ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕੀਤਾ ਸੀ, ਉਹ ਨਿਬੇੜਨ, ਪਰ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਾ, ਇੰਨੀ ਗੱਲ ਕਹਿ ਦਿੱਤੀ। ਹਾਲਾਂਕਿ ਹੁਣ ਤੱਕ ਉਹਨਾਂ ਨੇ SYL ਦੇ ਮਾਮਲੇ ਵਿੱਚ ਜਾਂ ਖਾਸ ਕਰਕੇ ਕਿਸਾਨਾਂ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਕੋਈ ਨਿੱਠ ਕੇ ਸਟੈਂਡ ਨਹੀਂ ਲਿਆ ਜੀ ਕਿ ਉਹਨਾਂ ਨੇ ਕਿਹਾ ਹੋਵੇ ਕਿ ਮੈਂ ਇਹਨਾਂ ਦੇ ਨਾਲ ਖੜਾ। ਥੋੜੀ ਬਹੁਤ ਹਮਾਇਤ ਵਰਗੀਆਂ ਗੱਲਾਂ ਜਿਹੜੀਆਂ ਉਹ ਕਰਦੇ ਰਹੇ ਉਹ ਵੀ ਕੀਤੀਆਂ ਉਹਨਾਂ ਨੇ, ਪਰ ਨਿਸ਼ਾਨਾ ਜਿੱਦਾਂ ਆਪਾਂ ਦੇਖਿਆ ਕਿ ਸਾਰੀਆਂ ਗੱਲਾਂ ਕਰਕੇ ਉਹਦਾ ਮਕਸਦ ਜਿਹੜਾ ਹੈਗਾ ਉਹ ਇਹੀ ਹੈ ਕਿ ਵੋਟਾਂ ਸਾਡੇ ਹੱਕ ਵਿੱਚ ਪਾਓ, ਜੀ ਤੇ ਇਹਦੇ ਵਾਸਤੇ ਉਹ ਸਾਰੇ ਤਰੀਕੇ ਜਿਹੜੇ ਆ ਉਹ ਇਸਤੇਮਾਲ ਕਰ ਰਹੇ ਹਨ। ਸੰਧੂ ਸਾਹਿਬ, ਆਪਣੇ ਕੋਲ ਗੱਲਬਾਤ ਕਰਨ ਲਈ ਮਿੰਟ ਤਾਂ 10 ਕੀ ਬਚੇ ਨੇ, ਪਰ ਖਬਰਾਂ ਕਈ ਬਾਕੀ ਨੇ, ਤੇ ਜੇ ਆਪਾਂ ਬਹੁਤ ਬਰੀਫਲੀ 2-2 3-3 ਮਿੰਟ ਵਿੱਚ 3-4 ਖਬਰਾਂ ਸਾਂਝੀਆਂ ਕਰ ਲਈਏ ਕਿਉਂਕਿ ਸਾਰੀਆਂ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ, ਜੇ ਬਹੁਤ ਬਰੀਫਲੀ ਤੁਸੀਂ ਇਹਦੇ ਬਾਰੇ ਜਿਹੜੀਆਂ ਦੀਆਂ ਹਾਈਲਾਈਟਸ ਨੇ ਉਹ ਸਾਡੇ ਨਾਲ ਸਾਂਝੀਆਂ ਕਰ ਸਕੋ ਪਲੀਜ਼। ਬਿਲਕੁਲ ਜੀ, ਕੱਲ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਜੀ, ਔਰ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਹੂਲਤਾਂ ਦਾ ਪਟਾਰਾ ਹੈ ਜੀ। ਤੇ ਮਤਲਬ ਇੰਝ ਲੱਗਦਾ ਪੰਜਾਬ ਦੇ ਲੋਕਾਂ ਨੂੰ ਇੰਝ ਲੱਗੇਗਾ ਇਹਦੇ ਨਾਲ ਕਿ ਸਾਡੇ ਵਾਸਤੇ ਬਹੁਤ ਕੁਛ ਆ, ਬਸ ਧੜਾ ਧੜ, ਕਿਉਂਕਿ ਇਹ ਸਿਰਫ ਵਾਅਦੇ ਹੈ। ਵਾਅਦੇ ਵਫਾ ਹੋਣ ਨੂੰ ਬੜਾ ਟਾਈਮ ਲੱਗਦਾ ਹੈ ਔਰ ਉਹਨਾਂ ਦੇ ਅਮਲੀ ਜਾਮਾ ਪਹਿਨਣ ਦੇ ਵਿੱਚ ਬੜਾ ਕੁਛ ਕਰਨਾ ਪੈਂਦਾ ਹੈ। ਇੱਕ ਗੱਲ ਕਹਿ ਕੇ ਤੇ ਉਹਦੇ ਤੋਂ ਬਾਅਦ ਸਰਕਾਰ ਹਾਸਲ ਕਰ ਲਓ ਤੇ ਉਹਦੇ ਤੋਂ ਬਾਅਦ ਫਿਰ ਉਹ ਵਾਅਦੇ ਉਹਨਾਂ ਚੋਂ ਕਿਹੜੇ ਪੂਰੇ ਹੁੰਦੇ ਆ ਕਿਹੜੇ ਨਹੀਂ ਹੁੰਦੇ, ਇਹਨਾਂ ਨੂੰ ਕੌਣ ਦੇਖਦਾ। ਧੜਾ ਧੜ ਜਿਹੜੇ ਆ ਵਾਅਦੇ ਉਹ ਕੀਤੇ ਗਏ ਆ। ਪੈਨਸ਼ਨ ਸਕੀਮ ਵਧਾ ਦਿਓ, ਸ਼ਗਨ ਸਕੀਮ ਜਿਹੜੀ ਵਧਾ ਦਿਓ, ਗਰੀਬਾਂ ਵਾਸਤੇ ਮਕਾਨ, ਉਹਨਾਂ ਨੂੰ ਪਲਾਟ ਲੈ ਕੇ ਦੇਣੇ, ਬੇਘਰਿਆਂ ਨੂੰ ਪੜ੍ਹਾਈ ਵਾਸਤੇ ਵਿਦੇਸ਼ਾਂ ਵਿੱਚ ਜਿਹੜੇ ਜਾ ਰਹੇ ਨੇ ਬੱਚੇ ਉਹਨਾਂ ਵਾਸਤੇ। ਦੇਖੋ ਆਪਾਂ ਸਾਰੀਆਂ ਗੱਲਾਂ ਕਰਦੇ ਹਾਂ, ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਰੋਜ਼ਗਾਰ ਸਿਰਜਾਂਗੇ, ਲੱਖਾਂ ਦੀ ਗਿਣਤੀ ਦੇ ਵਿੱਚ ਨੌਕਰੀਆਂ ਦੇਵਾਂਗੇ, ਜੇ ਅਸੀਂ ਇੱਥੇ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਉਹ ਬਾਹਰ ਨੂੰ ਕਿਉਂ ਦੌੜਨਗੇ। ਦੂਜੇ ਵਾਸਤੇ ਬਾਹਰ ਦੌੜਨ ਵਾਸਤੇ ਉਹਨਾਂ ਨੂੰ 10-10 ਲੱਖ ਦਾ ਜਿਹੜਾ ਮੁਫਤ ਆ ਉਹ ਕਰਜ਼ਾ ਵੀ ਦੇਵਾਂਗੇ ਔਰ ਹਰੇਕ ਹਲਕੇ ਵਿੱਚ ਸਕੂਲ ਬਣਾਵਾਂਗੇ, 6 ਨਵੀਆਂ ਯੂਨੀਵਰਸਿਟੀਆਂ ਬਣਾਵਾਂਗੇ, 2 ਮੰਤਰਾਲੇ ਜਿਹੜੇ ਆ ਉਹ ਵੀ ਸਿਰਜੇ ਜਾਣਗੇ ਨਵੇਂ, ਇੱਕ ਕੰਢੀ ਏਰੀਆ ਵਾਸਤੇ ਬਣਾਇਆ ਜਾਏਗਾ, ਇੱਕ ਜਿਹੜਾ ਫੋਰਨ ਏਮਪਲੋਇਮੈਂਟ ਐਂਡ ਐਜੂਕੇਸ਼ਨ ਵਾਸਤੇ ਉਹਦੇ ਵਾਸਤੇ ਕਹਿੰਦੇ ਇੱਕ ਮਿਨਿਸਟਰੀ ਬਣਾਤੀ ਜਾਊਗੀ ਪੂਰੀ, ਕਿ ਜਿਹੜੀ ਲੋਕਾਂ ਨੇ ਵਿਦੇਸ਼ ਵਿੱਚ ਬੱਚਿਆਂ ਨੇ ਪੜ੍ਹਨ ਜਾਣਾ ਹੈ ਜਾਂ ਬਾਹਰ ਰੋਜ਼ਗਾਰ ਉਹਨਾਂ ਨੇ ਲੈਣਾ ਜਾਂ ਬਾਹਰ ਜਾ ਕੇ ਉਹਨਾਂ ਨੇ ਵਰਕ ਪਰਮਿਟ ਲੈਣੇ, ਅਪਲਾਈ ਕਰਨਾ, ਉਹਦੇ ਵਾਸਤੇ ਇੱਕ ਬਕਾਇਦਾ ਮੰਤਰਾਲਾ ਬਣਾ ਦਿੱਤਾ ਜਾਏਗਾ। ਮਤਲਬ ਇਹ ਬੜਾ ਜਿੱਦਾਂ ਕਹਿੰਦੇ ਨੇ ਵਾਟਸੜ ਹੈ ਸਹੂਲਤਾਂ ਦੀ। 1 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਨਿਊ ਚੰਡੀਗੜ੍ਹ ਵਿੱਚ ਫਿਲਮ ਸਿਟੀ ਬਣਾਇਆ ਜਾਏਗਾ। ਇਸ ਤਰ੍ਹਾਂ ਦੇ ਢੇਰ ਸਾਰੇ ਵਾਅਦੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੋਣ ਮੈਨੀਫੈਸਟੋ ਵਿੱਚ ਦਿਖਾਈ ਦੇ ਰਹੇ ਹੈ, ਜਿਹੜਾ ਕੱਲ ਜਾਰੀ ਕੀਤਾ ਸੁਖਬੀਰ ਬਾਦਲ ਹੋਰਾਂ ਨੇ। ਔਰ ਇਸੇ ਤਰ੍ਹਾਂ ਜਿਹੜੇ ਵਾਅਦਿਆਂ ਦੀ ਦੌੜ ਲੱਗੀ ਹੋਈ ਸਾਰੀਆਂ ਪਾਰਟੀਆਂ ਦੇ ਵਿੱਚ, ਕੋਈ ਪਾਰਟੀ ਕੁਛ ਕਹਿ ਰਹੀ ਹੈ, ਕੋਈ ਪਾਰਟੀ ਕੁਛ ਕਹਿ ਰਹੀ ਹੈ। ਸੋ ਇਸ ਤਰ੍ਹਾਂ ਦੇ ਵਾਅਦੇ ਲੈ ਕੇ ਚੋਣ ਮੈਨੀਫੈਸਟੋ ਜਿਹੜਾ ਅਕਾਲੀ ਦਲ ਦਾ ਉਹ ਕੱਲ ਸਾਹਮਣੇ ਆਇਆ। ਤੇ ਸੰਧੂ ਸਾਹਿਬ, ਜਲੰਧਰ ਵਿੱਚ ਚੋਣ ਰਿਹਰਸਲ ਹੋਣੀ ਸੀ, ਉੱਥੇ ਕੁਝ ਕਰਮਚਾਰੀ ਨਹੀਂ ਪਹੁੰਚੇ ਤੇ ਚੋਣ ਅਧਿਕਾਰੀ ਨੇ ਕਿਹਾ ਵੀ ਗ੍ਰਿਫਤਾਰ ਕਰਕੇ ਸਾਰਿਆਂ ਨੂੰ ਪੇਸ਼ ਕੀਤਾ ਜਾਵੇ। ਇਹ ਕੀ ਮਾਮਲਾ ਜੀ? ਬੜੀ ਅਜੀਬੋ-ਗਰੀਬ ਗੱਲ ਹੈ, ਕਿਉਂਕਿ ਜਿਹੜਾ ਚੋਣਾਂ ਦਾ ਸਿਸਟਮ ਹੈ ਸਾਰਾ ਇਹ ਚੋਣ ਕਮਿਸ਼ਨਰ ਦੇ ਅਧੀਨ ਹੁੰਦਾ ਹੈ। ਭਾਰਤ ਦਾ ਚੋਣ ਕਮਿਸ਼ਨਰ, ਫਿਰ ਅੱਗੇ ਪੰਜਾਬ ਦਾ ਚੋਣ ਕਮਿਸ਼ਨਰ, ਫਿਰ ਅੱਗੇ ਜ਼ਿਲ੍ਹੇ ਦਾ ਚੋਣ ਕਮਿਸ਼ਨਰ, ਫਿਰ ਉਹਦੇ ਅਧੀਨ ਇਹ ਸਾਰੀ ਜਿਹੜੀ ਸਿਸਟਮ ਹੈ ਉਹ ਇਸ ਤਰ੍ਹਾਂ ਚੱਲਦਾ ਹੈ। ਇਹ ਹੁਣ ਜਲੰਧਰ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਸ਼ਹਿਰ ਆਪਾਂ ਕਹਿ ਸਕਦੇ ਹਾਂ ਕਰਤਾਰਪੁਰ, ਉੱਥੇ ਦਾ ਜਿਹੜਾ ਤਹਿਸੀਲਦਾਰ ਆ ਉੱਥੇ ਦਾ ਉਹ ਸਹਾਇਕ ਰਿਟਰਨਿੰਗ ਅਫਸਰ ਹੈ। ਉਸਨੇ ਕੋਈ ਮੀਟਿੰਗ ਬੁਲਾਈ ਸੀ ਕੱਲ ਕਿ ਉਹਨਾਂ ਨੇ ਰਿਹਰਸਲ ਕਰਨੀ ਸੀ ਚੋਣਾਂ ਦੇ ਸੰਬੰਧ ਵਿੱਚ ਕਿ 2-3 ਦਿਨ ਰਹਿ ਗਏ ਨੇ ਤੇ ਆਪਾਂ ਇਹ ਦੇਖ ਲਈਏ ਕਿ ਕਿੱਦਾਂ ਪ੍ਰਬੰਧ ਕਰਨੇ, ਕੀ ਕਰਨੇ। ਔਰ ਇਸ ਮੌਕੇ ਤੇ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਅਧਿਆਪਕਾਂ ਦੀਆਂ, ਸਰਕਾਰੀ ਕਰਮਚਾਰੀਆਂ ਦੀਆਂ, ਪਟਵਾਰੀਆਂ ਦੀਆਂ, ਮਤਲਬ ਏਦਾਂ ਕਰਕੇ ਲੋਕਾਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾਂਦਾ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ। ਔਰ ਉਹ ਬਕਾਇਦਾ ਸੂਚੀ ਹੁੰਦੀ ਹੈ ਉਹਨਾਂ ਦੇ ਕੋਲ, ਨਾਂ ਦਰਜ ਕੀਤੇ ਹੁੰਦੇ ਆ, ਫੋਨ ਨੰਬਰ, ਐਡਰੈਸ ਸਭ ਕੁਝ ਹੁੰਦਾ ਉਹਨਾਂ ਦਾ। ਉਹਨਾਂ ਨੂੰ ਕਾਲ ਕੀਤਾ ਗਿਆ ਸੀ ਕਿ ਤੁਸੀਂ ਕੱਲ ਨੂੰ ਮੀਟਿੰਗ ਵਾਸਤੇ ਆਓ, ਔਰ ਉਹਨਾਂ ਵਿੱਚੋਂ ਬਦਕਿਸਮਤੀ ਨਾਲ ਕੋਈ ਵੀ ਨਹੀਂ ਆਇਆ ਜਾਂ ਬਹੁਤੇ ਲੋਕ ਜਿਹੜੇ ਸੀ ਉਹ ਨਹੀਂ ਆਏ ਮੀਟਿੰਗ ਵਿੱਚ। ਇਸ ਗੱਲ ਤੋਂ ਜਿਹੜੇ ਚੋਣ ਅਫਸਰ ਸੀਗੇ ਉਹ ਖਿੱਚ ਗਏ ਔਰ ਉਹਨਾਂ ਨੇ ਜਿਹੜੇ ਦਿਹਾਤੀ ਦੇ SSP ਹੈ ਜਲੰਧਰ ਦਿਹਾਤੀ ਦੇ ਤੇ ਜਿਹੜੇ ਪੁਲਿਸ ਕਮਿਸ਼ਨਰ ਆ ਇੱਥੋਂ ਦੇ, ਉਹਨਾਂ ਨੂੰ ਬਕਾਇਦਾ ਲਿਖਤੀ ਜਿਹੜੀ ਹੈ ਚਿੱਠੀ ਕੱਢੀ ਕਿ ਇਸ ਆਸ ਨਾਲ ਉਹਦੇ ਉਹਨਾਂ ਦੀ ਸੂਚੀ ਜਿਹੜੀ ਸੀ ਉਹ ਨੱਥੀ ਕਰ ਦਿੱਤੀ
ਕਿ ਇਹਨਾਂ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਮੇਰੇ ਪੇਸ਼ ਕਰੋ ਕਿ ਜੇ ਚੋਣ ਪ੍ਰਬੰਧਾਂ ਵਾਸਤੇ ਮੀਟਿੰਗ ਬੁਲਾਈ ਗਈ ਸੀ ਤੇ ਇਹ ਉਸ ਮੀਟਿੰਗ ਵਿੱਚ ਹੀ ਨਹੀਂ ਆਏ ਤੇ ਚੋਣ ਪ੍ਰਬੰਧ ਕੱਲ ਨੂੰ ਕਿਸ ਤਰ੍ਹਾਂ ਦੇ ਕਰਨਗੇ। ਹੁਣ ਉਹ ਕਿਉਂ ਨਹੀਂ ਆਏ? ਜਦੋਂ ਉਹਨਾਂ ਦੀ ਸੁਣਵਾਈ ਹੋਏਗੀ ਜਾਂ ਸਾਹਮਣੇ ਆਉਣਗੇ ਤੇ ਉਹ ਆ ਕੇ ਦੱਸਣਗੇ। ਕਿਸੇ ਇੱਕ ਅੱਧੇ ਨੂੰ ਤਾਂ ਵੈਸੇ ਕੰਮ ਵੀ ਹੋ ਸਕਦਾ, ਪਰ ਸਾਰੇ ਦੇ ਸਾਰੇ ਨਹੀਂ ਆਏ ਤਾਂ ਇਹਨੂੰ ਬੜਾ ਵੱਡਾ ਅਣਗਹਿਲੀ ਦਾ ਮਾਮਲਾ ਜਾਂ ਹੋਰ ਚੀਜ਼ ਆਪਾਂ ਸਮਝ ਸਕਦੇ ਆ। ਤੋ ਇਹ ਕਾਫੀ ਗੰਭੀਰ ਮਾਮਲਾ ਔਰ ਇੱਥੇ ਬਹੁਤ ਚਰਚਾ ਦਾ ਵਿਸ਼ਾ ਕੱਲ ਦਾ ਇਹ ਬਣਿਆ ਹੋਇਆ ਕਿ ਜਿਹੜੇ ਚੋਣ ਡਿਊਟੀ ਵਾਲਾ ਅਮਲਾ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਣਾ ਚਾਹੀਦਾ ਜੀ। ਹੁਣ ਪੇਸ਼ ਕੀਤਾ ਜਾਂਦਾ ਹੈ ਕਿ ਨਹੀਂ ਪੇਸ਼ ਕੀਤਾ ਜਾਂਦਾ, ਇਹ ਅੱਜ ਪਤਾ ਲੱਗੇਗਾ, ਕਿਉਂਕਿ ਅੱਜ ਉਹਨਾਂ ਨੂੰ ਪੇਸ਼ ਕਰਨਾ ਹੈ। ਜੇ ਪੇਸ਼ ਕਰਨਗੇ ਤੇ ਆਪਾਂ ਫਿਰ ਕੱਲ ਜ਼ਰੂਰ ਸਾਂਝੀ ਕਰਾਂਗੇ ਆਪਣੇ ਸਰੋਤਿਆਂ ਨਾਲ ਖਬਰ, ਤੇ ਜਾਂ ਉਹਦਾ ਜੋ ਵੀ ਕੁਝ ਸਾਹਮਣੇ ਆਏਗਾ, ਜੇ ਕੋਈ ਗੱਲ ਇਸ ਤਰ੍ਹਾਂ ਦੀ ਹੋਏਗੀ ਖਬਰ ਵਾਲੀ, ਤੇ ਅਸੀਂ ਉਹਨੂੰ ਸਾਂਝੀ ਕਰਾਂਗੇ ਜ਼ਰੂਰ। ਤੇ ਸੰਧੂ ਸਾਹਿਬ, ਪੰਜਾਬ ਦੇ ਵਿੱਚ ਤਾਂ 20 ਤਰੀਕ ਤੋਂ ਵੋਟਾਂ ਪੈਣੀਆਂ ਨੇ, 20 ਤਰੀਕ ਨੂੰ ਹੀ ਪੈਣੀਆਂ ਨੇ, ਤੇ ਯੂਪੀ ਦੇ ਵਿੱਚ 10 ਫਰਵਰੀ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ। ਦੂਜੇ ਫੇਜ਼ ਦੀਆਂ ਵੋਟਾਂ ਵੀ ਪੈ ਗਈਆਂ ਨੇ। ਸੈਕੰਡ ਫੇਜ਼ ਦੀ ਵੋਟਿੰਗ ਦੌਰਾਨ ਯੂਪੀ ਦੇ ਸ਼ਾਹਜਹਾਂਪੁਰ ਦੇ ਵਿੱਚ ਕਹਿੰਦੇ ਸਮਾਜਵਾਦੀ ਪਾਰਟੀ ਦੇ ਇੱਕ ਬੂਥ ਏਜੰਟ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹਦਾ ਕੀ ਵੇਰਵਾ ਜੀ? ਇਹਦਾ ਵੇਰਵਾ ਇਹ ਹੈ ਜੀ, ਜਿਹੜੇ ਲੋਕਾਂ ਨੇ ਉਹਨਾਂ ਨੂੰ ਮਾਰਿਆ, ਪਹਿਲੀ ਤਾਂ ਸੰਖੇਪ ਵਿੱਚ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆ ਇੱਕ ਵਿਅਕਤੀ ਹੈ ਜਿਹੜਾ ਕੁਝ ਲੋਕਾਂ ਦੀ ਅਗਵਾਈ ਕਰ ਰਿਹਾ ਸੀ, ਜਿਨ੍ਹਾਂ ਨੇ ਉਹਦੇ ਉੱਤੇ ਹਮਲਾ ਕੀਤਾ। ਪਹਿਲਾਂ ਉਹਨੂੰ ਦੜਾ ਕੇ ਕੁੱਟਿਆ, ਸਮਾਜਵਾਦੀ ਪਾਰਟੀ ਦੇ ਬੂਥ ਏਜੰਟ ਨੂੰ, ਉਹ ਸੁਧੀਰ ਸਿੰਘ ਯਾਦਵ ਉਹਦਾ ਨਾਂ ਆ, ਤੇ ਬਾਅਦ ਵਿੱਚ ਦੜਾ ਕੇ ਕੁੱਟਣ ਤੋਂ ਬਾਅਦ ਫਿਰ ਉਹਦੇ ਮੱਥੇ 'ਚ ਗੋਲੀ ਮਾਰ ਕੇ ਉਸਨੂੰ ਮਾਰ ਦਿੱਤਾ ਗਿਆ। ਤਾਂ ਉਹਦੇ ਜਿਹੜੇ ਪਿਤਾ ਜੀ ਆ ਉਹਨਾਂ ਨੇ ਰਿਪੋਰਟ ਲਿਖਾਈ ਆ ਪੁਲਿਸ ਦੇ ਕੋਲ ਕਿ ਜਾਲੀ VOTING ਹੋ ਰਹੀ ਸੀ, ਨਕਲੀ ਮਤਦਾਨ ਹੋ ਰਿਹਾ ਸੀ। ਇਹਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਦੇ ਕੋਲ ਵੀ ਕੀਤੀ, ਔਰ ਉਹ ਜਿਹੜਾ ਸੁਧੀਰ ਯਾਦਵ ਆ ਉਹਨੇ ਪੁਲਿਸ ਵਾਲਿਆਂ ਨੂੰ ਇਹ ਵੀ ਕਿਹਾ ਕਿ ਮੈਂ ਇਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ, ਮੇਰੀ ਜਾਨ ਨੂੰ ਖਤਰਾ ਹੋ ਸਕਦਾ। ਜਿਨ੍ਹਾਂ ਨੇ ਧੱਕੇ ਨਾਲ ਉੱਥੇ ਜਾਲੀ ਵੋਟਾਂ ਪਵਾਈਆਂ ਉਸ ਬੂਥ ਦੇ ਉੱਤੇ, ਉਹਨਾਂ ਪੁਲਿਸ ਵਾਲਿਆਂ ਨੇ ਉਸ ਨੂੰ ਸਿਕਿਉਰਿਟੀ ਵੀ ਦਿੱਤੀ ਕਿ ਤੈਨੂੰ ਅਸੀਂ ਘਰ ਪਹੁੰਚਾ ਕੇ ਆਉਂਦੇ ਆ, ਪਰ ਉਹ ਉਹਨੂੰ ਅੱਧੇ ਰਸਤੇ ਛੱਡ ਕੇ ਪੁਲਿਸ ਵਾਲੇ ਜਿਹੜੇ ਮੁੜ ਗਏ। ਜਦੋਂ ਪੁਲਿਸ ਵਾਲੇ ਮੁੜ ਗਏ ਉਸ ਤੋਂ ਬਾਅਦ ਉਹਦੇ ਉੱਤੇ ਹਮਲਾ ਹੋ ਗਿਆ। ਤਾਂ ਉਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਵਰਿੰਦਰ ਸਿੰਘ ਯਾਦਵ ਨਾਂ ਦਾ ਬੰਦਾ ਉਹ ਵੀ ਸ਼ਾਮਲ ਹੈ, ਹੋਰ ਲੋਕ ਵੀ ਸ਼ਾਮਲ ਹੈ। ਉਹ ਇਸ ਕਰਕੇ ਸ਼ਾਮਲ ਉਹਨੂੰ ਸਮਝਿਆ ਗਿਆ ਕਿਉਂਕਿ ਜਦੋਂ ਉਸ ਲੜਕੇ ਨੂੰ ਗੋਲੀ ਮਾਰੀ ਗਈ ਸੁਧੀਰ ਯਾਦਵ ਨੂੰ, ਤੇ ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਹਮਾਇਤੀ ਹੋਰ ਲੋਕ, ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਵੀ ਉਹਨਾਂ ਦੇ ਉੱਤੇ ਹਮਲਾ ਕੀਤਾ, ਤੇ ਇੱਕ ਗੋਲੀ ਉਸ ਨੂੰ ਵੀ ਲੱਗ ਗਈ ਹੈ ਵਰਿੰਦਰ ਸਿੰਘ ਯਾਦਵ। ਉਹ ਵੀ ਕਾਫੀ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਿਆ ਹੋਇਆ। ਤੋਂ ਇੱਥੋਂ ਪਤਾ ਲੱਗਿਆ ਕਿ ਆਪਾਂ ਆਪਣਾ ਵਾਸਤੇ ਸਿਰਫ ਇਹ ਗੱਲ ਹੈ, ਇੱਕ ਹਿੰਸਾ ਹੋਈ ਚੋਣਾਂ ਦੌਰਾਨ ਜਿਹਨੂੰ ਉੱਥੇ ਦਾ ਪ੍ਰਸ਼ਾਸਨ ਨਹੀਂ ਰੋਕ ਸਕਿਆ। ਦੂਜੀ ਗੱਲ, ਉੱਥੇ ਨਕਲੀ ਮਤਦਾਨ ਹੋਇਆ ਜਿਹਨੂੰ ਪ੍ਰਸ਼ਾਸਨ ਨਹੀਂ ਰੋਕ ਸਕਿਆ। ਪ੍ਰਸ਼ਾਸਨ ਦੀ ਵਾਗਡੋਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਹੈ। ਗੋਲੀ ਚਲਾਉਣ ਵਾਲਾ ਬੰਦਾ ਭਾਰਤੀ ਜਨਤਾ ਪਾਰਟੀ ਦਾ ਹੈ। ਸੋ ਕਾਫੀ ਤਸਵੀਰ ਮੇਰਾ ਖਿਆਲ ਹੈ ਇੱਥੋਂ ਸਮਝ ਆ ਜਾਂਦੀ ਹੈ। ਤੇ ਸੰਧੂ ਸਾਹਿਬ, ਇੱਕ ਗੁਜਰਾਤ ਦੀ ਕੋਈ ਕੰਪਨੀ ਹੈ ਜਿਹਨੇ 28 ਬੈਂਕਾਂ ਦੇ ਨਾਲ 23,000 ਕਰੋੜ ਰੁਪਏ ਦਾ ਘੁਟਾਲਾ ਕੀਤਾ। ਇਹ ਕਿਹੜੀ ਕੰਪਨੀ ਹੈ ਜੀ? ਇਹ ਗੁਜਰਾਤ ਦੀ ABG ਸ਼ਿਪਯਾਰਡ ਕੰਪਨੀ ਹੈ। ਅੱਛਾ ਜੀ। 1985 ਦੇ ਵਿੱਚ ਇਹ ਗੁਜਰਾਤ ਦੇ ਸੂਰਤ ਵਿੱਚ ਸਥਾਪਿਤ ਹੋਈ ਸੀਗੀ, ਔਰ ਇਹਦਾ ਕੰਮ ਇਹ ਹੈ ਕਿ ਜਹਾਜ਼ਾਂ ਦਾ ਨਿਰਮਾਣ ਕਰਨਾ, ਜਹਾਜ਼ਾਂ ਦੀ ਰਿਪੇਅਰ ਕਰਨੀ, ਔਰ ਇਹ ਕਾਫੀ ਇਹਦਾ ਕੰਮ ਸ਼ੁਰੂ ਦੇ ਵਿੱਚ ਦੱਸਿਆ ਗਿਆ, ਜੋ ਅੰਕੜੇ ਪ੍ਰਾਪਤ ਹੋਏ ਆ ਕਿ ਠੀਕ ਠਾਕ ਕਰਦਾ ਰਿਹਾ। ਬਾਅਦ ਵਿੱਚ 2001 ਦੇ ਵਿੱਚ ਇਸ ਕੰਪਨੀ ਨੇ 28 ਬੈਂਕਾਂ ਤੋਂ 22,842 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ, ਔਰ ਹੁਣ ਤੱਕ ਤੁਸੀਂ ਦੇਖ ਲਓ ਕਿੰਨੇ ਸਾਲ, 20-21 ਸਾਲ ਹੋ ਗਏ ਆ, ਉਹਦੇ ਉੱਤੇ ਕਿੰਨਾ ਵਿਆਜ ਵੀ ਪੈ ਗਿਆ ਹੋਣਾ। ਉਸ ਤੋਂ ਬਾਅਦ ਇਹ ਪੈਸਾ ਮੋੜਿਆ ਨਹੀਂ ਗਿਆ। ਇਹਨੂੰ ਨਾਨ ਪ੍ਰੋਫਿਟੇਬਲ ਜਿਹੜਾ ਐਸੈਟ ਸੀ ਉਹ ਘੋਸ਼ਿਤ ਕਰ ਦਿੱਤਾ ਗਿਆ, ਨਾਨ ਪਰਫਾਰਮਿੰਗ ਐਸੈਟ ਘੋਸ਼ਿਤ ਕਰ ਦਿੱਤਾ ਗਿਆ ਜੀ। ਔਰ ਇਹ ਵੀ ਕਿਹਾ ਗਿਆ ਕਿ ਇਹ ਹੁਣ ਤੱਕ ਦਾ ਜਿਹੜਾ ਸਭ ਤੋਂ ਵੱਡਾ ਬੈਂਕਿੰਗ ਘੁਟਾਲਾ ਹੈ, ਕਿਉਂਕਿ ਇਹਦੇ ਤੋਂ ਪਹਿਲਾਂ ਜਿਹੜੇ ਨੀਰਵ ਮੋਦੀ ਹੈ ਤੇ ਵਿਜੇ ਮਾਲਿਆ ਜਿਹੜੇ ਹੈ ਉਹਨਾਂ ਦੇ ਘੁਟਾਲੇ ਸਾਹਮਣੇ ਆਏ ਸੀ, ਪਰ ਉਹਦੇ ਵਿੱਚ ਵਿਜੇ ਮਾਲਿਆ ਦਾ ਸਿਰਫ 9,000 ਕਰੋੜ ਦਾ ਘੁਟਾਲਾ ਸੀ। ਨੀਰਵ ਮੋਦੀ ਜਿਹੜਾ ਉਹਦਾ 14,000 ਕਰੋੜ ਰੁਪਏ ਦਾ ਘੁਟਾਲਾ ਸੀ। ਉਹ ਇੰਨੇ ਘੁਟਾਲੇ ਕਰਕੇ ਵਿਦੇਸ਼ਾਂ ਵਿੱਚ ਚਲੇ ਗਏ। ਪਿਛਲੇ ਦਿਨ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਵੀ ਕੀਤੀ ਸੀ ਕਿ ਜਿਹੜੇ ਵਿਦੇਸ਼ਾਂ 'ਚ ਲੋਕ ਇੰਨੇ ਹਜ਼ਾਰਾਂ ਕਰੋੜ ਰੁਪਇਆ ਦੱਬ ਕੇ ਬੈਠੇ ਨੇ, ਜੇ ਉਹਨਾਂ ਤੋਂ ਕੋਈ ਵਾਪਸ ਆ ਕੇ ਪੈਸਾ ਦੇਣਾ ਚਾਹੁੰਦਾ ਤੇ ਉਹਦੇ ਤੋਂ ਪੈਸਾ ਵੀ ਲੈ ਲਓ ਤੇ ਉਹਨੂੰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤਰ੍ਹਾਂ ਦਾ ਸੁਝਾਅ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਸੀ। ਇਹਨੂੰ ਇੰਪਲੀਮੈਂਟ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਇਹ ਬਾਅਦ ਦੀ ਗੱਲ ਹੈ, ਪਰ ਇਸ ਦੌਰਾਨ ਇਹ ਘੁਟਾਲਾ ਸਾਹਮਣੇ ਆ ਗਿਆ। ਪਹਿਲੀ ਗੱਲ ਤਾਂ ਇਹ ਹੈ ਕਿ 2001 ਤੋਂ ਲੈ ਕੇ ਇਹ ਸਿਲਸਿਲਾ ਚੱਲ ਰਿਹਾ, ਹੁਣ ਤੱਕ ਇਸ ਨੂੰ ਦੱਬ ਘੁੱਟ ਕੇ ਹੀ ਰੱਖਿਆ ਗਿਆ। ਹੁਣ ਇਹ ਚੀਜ਼ ਜਿਹੜੀ ਆ ਉਹ ਇੱਕਦਮ ਸਾਹਮਣੇ ਆਈ ਹੈ ਤੇ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਹੋਇਆ, ਪਰ ਉਹਨਾਂ ਕੋਲੋਂ ਪੈਸਾ ਕਿੱਥੋਂ ਵਸੂਲ ਕਰਨਾ ਹੈ, ਜਦੋਂ ਕਿ ਉਹਨਾਂ ਨੇ ਆਪਣੇ
ਜਿਹੜੀ ਕੰਪਨੀ ਹੈ ਉਹ ਵੀ ਦਿਵਾਲੀਆ ਹੀ ਲਗਭਗ ਘੋਸ਼ਿਤ ਕਰ ਦਿੱਤੀ ਹੈ। ਹੁਣ ਉਹਦੇ 'ਚ ਕੁਛ ਨਹੀਂ ਬਣ ਰਿਹਾ, ਕੁਛ ਨਹੀਂ ਰਿਪੇਅਰ ਹੋ ਰਹੀ, ਜੀ ਕਿੱਥੋਂ ਪੈਸਾ ਵਸੂਲਣਾ ਇੰਨਾ। ਔਰ ਉਹਨਾਂ ਦੋਨਾਂ ਦੇ ਮੁਕਾਬਲੇ ਇਹ ਇਕੱਲੀ ਕੰਪਨੀ ਜਿਹੜੀ ਹੈ ਇਹ 23,000 ਕਰੋੜ ਰੁਪਏ ਦਾ ਘੁਟਾਲਾ ਕਰ ਗਈ ਹੈ। ਇਹਦੇ ਨਾਲ ਦੇਸ਼ ਵਾਸਤੇ ਬੜੀਆਂ ਮੁਸ਼ਕਲ ਸਥਿਤੀਆਂ ਏਦਾਂ ਦੀਆਂ ਪੈਦਾ ਹੁੰਦੀਆਂ ਨੇ। ਬਾਅਦ 'ਚ ਉਹ 'ਚੋਂ ਕੋਈ ਪੈਸਾ ਵਸੂਲ ਹੀ ਨਹੀਂ ਹੁੰਦਾ। ਬੜੇ ਖੁੱਲੇ ਹੱਥ ਨਾਲ ਉਹ ਲੁੱਟ ਕੇ ਆਪਣਾ ਡੰਡੀ ਲੱਗਦੇ ਆ ਬੰਦੇ, ਤੇ ਮਗਰੋਂ ਉਹਦੇ ਪਿੱਛੇ ਜਿਹੜੇ ਨੇ CBI ਵਾਲੇ ਉਹ ਕੇਸ ਦਰਜ ਕਰਕੇ ਤੇ ਫਾਈਲਾਂ ਜਿਹੜੀਆਂ ਨੇ ਉਹ ਤਿਆਰ ਕਰਦੇ ਰਹਿੰਦੇ ਨੇ। ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਕੋਈ ਬੰਦਾ ਵਾਪਸ ਦੇਸ਼ ਨਹੀਂ ਲਿਆਂਦਾ ਜਾ ਸਕਿਆ। ਜੀ ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਠੀਕ ਹੈ ਬਾਸੂ ਜੀ, ਬਹੁਤ ਬਹੁਤ ਧੰਨਵਾਦ।